ਨਮਸਕਾਰ ਪਿਆਰੇ ਬੱਚਿਓ, ਮੈਂ ਨਿਤਿਸ਼ ਰਾਵਤ ਅੱਜ ਤੁਹਾਡੀ NSQF ਦੀ ਟਰੈਵਲ ਐਂਡ ਟੂਰਿਜ਼ਮ ਦੀ ਕਲਾਸ ਦੇ ਵਿੱਚ ਬਹੁਤ-ਬਹੁਤ ਸਵਾਗਤ ਕਰਦਾ ਹਾਂ। ਤੇ ਅੱਜ ਦੀ ਜਿਹੜੀ ਸਾਡੀ ਕਲਾਸ ਹੈ ਉਹ ਹੈ ਯੂਨਿਟ 4 ਦੇ ਟੌਪਿਕ ਆਈਟਨਰੀ ਪਲੈਨਿੰਗ ਬਾਰੇ। ਅੱਜ ਦੀ ਕਲਾਸ ਦੇ ਵਿੱਚ ਅਸੀਂ ਇਸ ਟੌਪਿਕ ਨੂੰ ਸਮਝਾਂਗੇ ਤੇ ਆਈਟਨਰੀ ਜੋ ਕਿ ਸਾਡੇ ਲਈ ਇੱਕ ਨਵਾਂ ਵਿਸ਼ਾ ਹੈ, ਇੱਕ ਨਵਾਂ ਟੌਪਿਕ ਹੈ ਜਿਸ ਦੇ ਬਾਰੇ ਅਸੀਂ ਚੰਗੀ ਤਰ੍ਹਾਂ ਜਾਣਾਂਗੇ। ਤੇ ਉਹ ਚੱਲਦੇ ਹਾਂ ਆਪਣੇ ਟੌਪਿਕ ਦੇ ਵੱਲ। ਆਓ ਅੱਜ ਜਾਣੀਏ ਇਸ ਟੌਪਿਕ ਦੇ ਵਿੱਚ ਅਸੀਂ ਕੀ ਜਾਣਾਂਗੇ। ਸਭ ਤੋਂ ਪਹਿਲਾਂ ਆਈਟਨਰੀ ਦੀ ਪਰਿਭਾਸ਼ਾ ਕੀ ਹੁੰਦੀ ਹੈ, ਇਸ ਦੀ ਡੈਫੀਨੇਸ਼ਨ ਤੇ ਇਸ ਦਾ ਮੀਨਿੰਗ, ਇਸ ਦਾ ਅਰਥ ਕੀ ਹੈ। ਨੈਕਸਟ ਇਜ਼ ਇੰਪੋਰਟੈਂਸ ਆਫ ਟਰੈਵਲ ਆਈਟਨਰੀ, ਇਸ ਦਾ ਮਹੱਤਵ ਕੀ ਹੁੰਦਾ, ਟਰੈਵਲ ਆਈਟਨਰੀ ਕਿਉਂ ਜ਼ਰੂਰੀ ਹੈ, ਕਿਉਂ ਬਣਾਈ ਜਾਂਦੀ ਹੈ, ਉਸ ਦੇ ਬਾਰੇ ਗੱਲ ਕਰਾਂਗੇ। ਟਾਈਪਸ ਆਫ ਟੂਰ ਆਈਟਨਰੀ, ਟੂਰ ਆਈਟਨਰੀ ਦੀਆਂ ਕਿਹੜੀਆਂ ਕਿਸਮਾਂ ਹੁੰਦੀਆਂ ਹਨ। ਨੈਕਸਟ ਜਿਹੜਾ ਹੈ ਉਸ ਦੇ ਵਿੱਚ ਤੁਹਾਨੂੰ ਅਜਿਹੀਆਂ ਕਿਹੜੀਆਂ ਜਾਣਕਾਰੀ ਦੀ ਲੋੜ ਪੈਂਦੀ ਹੈ ਤਾਂ ਕਿ ਤੁਸੀਂ ਆਈਟਨਰੀ ਨੂੰ ਤਿਆਰ ਕਰ ਸਕੋ। ਉਸ ਤੋਂ ਬਾਅਦ ਅਜਿਹੇ ਕਿਹੜੇ ਸਰੋਤ ਹੈ, ਅਜਿਹੇ ਕਿਹੜੀਆਂ ਚੀਜ਼ਾਂ ਤੁਹਾਨੂੰ ਜਿਸ ਦੀ ਲੋੜ ਤੁਹਾਨੂੰ ਆਈਟਨਰੀ ਤਿਆਰ ਕਰਨ ਵੇਲੇ ਪੈਂਦੀ ਹੈ। ਥਿੰਗਸ ਟੂ ਬੀ ਕੰਸੀਡਰਡ ਵਾਈਲ ਪ੍ਰੀਪੇਅਰਿੰਗ ਐਨ ਆਈਟਨਰੀ, ਅਜਿਹੀਆਂ ਕਿਹੜੀਆਂ ਗੱਲਾਂ ਨੇ, ਅਜਿਹੀਆਂ ਕਿਹੜੀਆਂ ਚੀਜ਼ਾਂ ਨੇ ਜੋ ਕਿ ਤੁਹਾਨੂੰ ਜਿਸ ਚੀਜ਼ ਦੀ ਲੋੜ ਪੈਂਦੀ ਹੈ ਜਾਂ ਕਿਸ ਚੀਜ਼ ਦਾ ਖਿਆਲ ਰੱਖਣਾ ਚਾਹੀਦਾ ਹੈ ਆਈਟਨਰੀ ਨੂੰ ਤਿਆਰ ਕਰਨ ਸਮੇਂ। ਉਸ ਤੋਂ ਬਾਅਦ ਐਂਡ ਦੇ ਵਿੱਚ ਅਸੀਂ ਇੱਕ ਬਹੁਤ ਹੀ ਕਲਰਫੁਲ ਆਈਟਨਰੀ ਨੂੰ ਸਮਝਾਂਗੇ, ਇੱਕ ਸੈਂਪਲ ਆਈਟਨਰੀ ਦੇ ਤੌਰ 'ਤੇ, ਜੋ ਕਿ ਰਾਜਸਥਾਨ ਦੇ, ਜੋ ਕਿ ਇੱਕ ਬਹੁਤ ਹੀ ਵਧੀਆ ਸੈਰ ਸਪਾਟੇ ਵਾਲੀ ਸਥਾਨ ਹੈ, ਇੱਕ ਬਹੁਤ ਹੀ ਕਲਰਫੁਲ ਰਾਜ ਹੈ ਆਪਣੇ ਦੇਸ਼ ਦਾ, ਅਤੇ ਇਸ ਨੂੰ ਅਸੀਂ ਬਹੁਤ ਹੀ ਵਧੀਆ ਸੈਰ ਸਪਾਟੇ ਵਾਲੀ ਥਾਂ ਦੇ ਤੌਰ 'ਤੇ ਅਸੀਂ ਇਸ ਨੂੰ ਜਾਣਦੇ ਹਾਂ। ਉਸ ਦੇ ਬਾਰੇ ਵੀ ਇਸ ਆਈਟਨਰੀ ਦੇ ਵਿੱਚ ਸਮਝਾਂਗੇ। ਅਤੇ ਅਗਲਾ ਜਿਹੜਾ ਸਭ ਤੋਂ ਪਹਿਲਾ ਟੌਪਿਕ ਹੈ ਉਹ ਆਈਟਨਰੀ, ਜਿਸ ਨੂੰ ਅਸੀਂ ਯਾਤਰਾ ਦੀ ਯੋਜਨਾ ਵੀ ਕਹਿੰਦੇ ਹਾਂ। ਰਸਤਾ, ਇਸ ਦੇ ਵਿੱਚ ਰਸਤੇ ਹੁੰਦੇ ਹਨ, ਜਿਹੜੇ ਰਸਤੇ ਨੂੰ ਤੈਅ ਕਰਕੇ ਅਸੀਂ ਆਪਣੀ ਮੰਜ਼ਿਲ ਡੈਸਟੀਨੇਸ਼ਨ ਤੱਕ ਪਹੁੰਚਣਾ ਹੁੰਦਾ ਹੈ। ਅਤੇ ਇਸ ਦੇ ਵਿੱਚ ਸਥਾਨ ਸਮੇਤ ਉਹ ਸਾਰੀਆਂ ਥਾਵਾਂ ਦੀ ਜਾਣਕਾਰੀ ਹੁੰਦੀ ਹੈ ਜਿਸ ਨੂੰ ਅਸੀਂ ਆਈਟਨਰੀ ਦੇ ਤੌਰ 'ਤੇ ਯਾਤਰਾ ਦੀ ਯੋਜਨਾ ਬਣਾ ਕੇ ਤਿਆਰ ਕਰਦੇ ਹਾਂ। ਨੈਕਸਟ ਇਜ਼, ਜਾਂ ਇਸ ਨੂੰ ਅਸੀਂ ਯਾਤਰਾ ਪ੍ਰੋਗਰਾਮ ਵੀ ਕਹਿ ਸਕਦੇ ਹਾਂ, ਜਿਸ ਵਿੱਚ ਯਾਤਰਾ ਦੇ ਰਸਤੇ ਸ਼ਾਮਲ ਹੁੰਦੇ ਹਨ, ਸਥਾਨ ਸ਼ਾਮਲ ਹੁੰਦੇ ਹਨ, ਅਜਿਹੀਆਂ ਗਤੀਵਿਧੀਆਂ ਜੋ ਕਿ ਸੈਲਾਨੀਆਂ ਨੂੰ ਦਿੱਤੀਆਂ ਜਾਂਦੀਆਂ ਹਨ, ਅਤੇ ਇਸ ਨੂੰ ਅਸੀਂ ਯਾਤਰਾ ਪ੍ਰੋਗਰਾਮ ਜਾਂ ਯਾਤਰਾ ਦੀ ਯੋਜਨਾ ਵੀ ਕਹਿ ਸਕਦੇ ਹਾਂ। ਆਈਟਨਰੀ ਦਾ ਜਿਹੜਾ ਹੈ ਉਸਨੂੰ ਸਭ ਤੋਂ ਪਹਿਲਾਂ ਸਮਝਣ ਦੇ ਲਈ, ਆਈਟਨਰੀ ਇਜ਼ ਨੋਨ ਐਜ਼ ਦਾ ਟੂਰ ਪਲਾਨ, ਆਈਟਨਰੀ ਨੂੰ ਅਸੀਂ ਟੂਰ ਪਲਾਨ ਵੀ ਕਹਿ ਸਕਦੇ ਹਾਂ। ਜਿਵੇਂ ਕਿ ਅਸੀਂ ਪਿਛਲੀ ਸਲਾਈਡ ਦੇ ਵਿੱਚ ਦੇਖਿਆ, ਆਈਟਨਰੀ ਇੱਕ ਟੂਰ ਦੀ ਯੋਜਨਾ ਹੁੰਦੀ ਹੈ। ਯੋਜਨਾ ਤਿਆਰ ਕਰਨੀ ਪੈਂਦੀ ਹੈ ਟੂਰ ਨੂੰ, ਤਾਂ ਕਿ ਸਾਡਾ ਜਿਹੜਾ ਹੈ ਸੈਲਾਨੀਆਂ ਦਾ ਟੂਰ ਹੈ ਉਹ ਬਹੁਤ ਵਧੀਆ ਢੰਗ ਨਾਲ ਚੱਲ ਸਕੇ। ਇਟ ਇਜ਼ ਰਿਲੇਟਡ ਟੂ ਦਾ ਟੂਰ ਪ੍ਰੋਗਰਾਮ, ਟਾਈਮ ਟੇਬਲ ਐਂਡ ਇਨਫੋਰਮੇਸ਼ਨ ਆਫ ਦਾ ਪਲੇਸਿਸ ਟੂ ਬੀ ਵਿਜ਼ਿਟਡ, ਇਹ ਟੂਰ ਪ੍ਰੋਗਰਾਮ ਨਾਲ ਸੰਬੰਧਿਤ ਹੁੰਦਾ ਹੈ। ਇਸ ਦੇ ਵਿੱਚ ਸਮਾਂ ਸਾਰਣੀ ਹੁੰਦੀ ਹੈ, ਟਾਈਮ ਟੇਬਲ ਬਣਿਆ ਹੁੰਦਾ ਹੈ। ਟਾਈਮ ਟੇਬਲ ਕਿਸ ਚੀਜ਼ ਬਾਰੇ ਬਣਿਆ ਹੁੰਦਾ, ਜਿਸ ਦੇ ਵਿੱਚ ਸਾਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਸੈਲਾਨੀਆਂ ਨੂੰ ਕਿਹੜੀਆਂ ਥਾਵਾਂ 'ਤੇ ਉਸ ਆਈਟਨਰੀ ਦੇ ਵਿੱਚ ਘੁਮਾਇਆ ਜਾਏਗਾ। ਐਂਡ ਆਈਟਨਰੀ ਇਜ਼ ਦਾ ਕੰਬੀਨੇਸ਼ਨ ਆਫ ਡਿਫਰੈਂਟ ਕੰਪੋਨੈਂਟਸ ਆਫ ਟੂਰਿਜ਼ਮ ਟੂ ਫਾਰਮ ਅ ਪ੍ਰੋਡਕਟ ਰੈਡੀ ਫॉर ਸੇਲ, ਇਸ ਦੇ ਵਿੱਚ ਬਹੁਤ ਸਾਰੀਆਂ ਸੇਵਾਵਾਂ, ਸੁਵਿਧਾਵਾਂ ਜਿਹੜੀ ਕਿ ਸੈਲਾਨੀਆਂ ਨੂੰ ਪੇਸ਼ ਕੀਤੀਆਂ ਜਾਂਦੀਆਂ ਹਨ ਇੱਕ ਯਾਤਰਾ ਏਜੰਸੀ ਵੱਲੋਂ। ਉਹ ਸਾਰੀਆਂ ਚੀਜ਼ਾਂ ਇਸ ਦੇ ਵਿੱਚ ਵੱਖ-ਵੱਖ ਹਿੱਸਿਆਂ ਨੂੰ ਜੋੜ ਕੇ, ਜਿਸ ਨੂੰ ਅਸੀਂ ਕੰਪੋਨੈਂਟਸ ਆਫ ਟੂਰਿਜ਼ਮ ਵੀ ਕਹਿੰਦੇ ਹਾਂ, ਜਿਵੇਂ ਕਿ ਯਾਤਾਯਾਤ ਸੁਵਿਧਾਵਾਂ, ਠਹਿਰਨ ਦੀਆਂ ਹੋਟਲ ਸੁਵਿਧਾਵਾਂ, ਜਾਂ ਰੈਸਟੋਰੈਂਟ ਦੀ ਖਾਣ ਪੀਣ ਦੀਆਂ ਸੁਵਿਧਾਵਾਂ, ਐਂਟਰਟੇਨਮੈਂਟ ਸੁਵਿਧਾਵਾਂ ਅਤੇ ਗਾਈਡ ਸੁਵਿਧਾਵਾਂ, ਇੱਦਾਂ ਬਹੁਤ ਹੀ ਅਨੇਕਾਂ ਸੁਵਿਧਾਵਾਂ ਹੁੰਦੀਆਂ ਜੋ ਕਿ ਸੈਲਾਨੀਆਂ ਨੂੰ ਆਈਟਨਰੀ ਦੇ ਵਿੱਚ ਸ਼ਾਮਲ ਕਰਕੇ ਉਹਨਾਂ ਨੂੰ ਇੱਕ ਪ੍ਰੋਡਕਟ, ਇੱਕ ਉਤਪਾਦ ਤਿਆਰ ਕਰਕੇ ਉਹਨਾਂ ਨੂੰ ਵੇਚਿਆ ਜਾਂਦਾ ਹੈ, ਜੋ ਕਿ ਇੱਕ ਟਰੈਵਲ ਏਜੰਸੀ ਦਾ ਉਤਪਾਦ ਹੁੰਦਾ ਆਈਟਨਰੀ ਦੇ ਤੌਰ 'ਤੇ। ਉਹ ਇਸ ਨੂੰ ਬਹੁਤ ਹੀ ਵਧੀਆ ਢੰਗ ਨਾਲ ਬਣਾ ਕੇ ਇਸ ਨੂੰ ਆਪਣੇ ਉਤਪਾਦ ਨੂੰ ਸੈਲਾਨੀਆਂ ਨੂੰ, ਟੂਰਿਸਟ ਨੂੰ, ਕਲਾਇੰਟਸ ਨੂੰ, ਕਸਟਮਰਸ ਨੂੰ ਅਲੱਗ-ਅਲੱਗ ਨਾਮਾਂ ਤੋਂ ਜਿਨ੍ਹਾਂ ਨੂੰ ਅਸੀਂ ਜਾਣਦੇ ਹਾਂ ਉਹਨਾਂ ਨੂੰ ਵੇਚਿਆ ਜਾਂਦਾ ਹੈ। ਆਈਟਨਰੀ ਇਜ਼ ਡਿਵੈਲਪ ਟੂ ਪਰਫੋਰਮ ਦਾ ਸੇਲਸ ਪ੍ਰੋਸੈਸ, ਇਸ ਦਾ ਅਰਥ ਇਹ ਹੈ ਕਿ ਆਈਟਨਰੀ ਕਿਉਂ ਬਣਾਈ ਜਾਂਦੀ ਹੈ। ਜੇ ਆਪਾਂ ਕਿਸੇ ਨਾਲ ਇੱਦਾਂ ਹੀ ਗੱਲ ਕਰਨੀ ਹੈ, ਕਿਸੇ ਕਸਟਮਰ ਦੇ ਨਾਲ ਜਾਂ ਕਿਸੇ ਕਲਾਇੰਟ ਦੇ ਨਾਲ, ਉਹਨੂੰ ਅਸੀਂ ਇੱਦਾਂ ਹੀ ਸਮਝਾ ਦਈਏ ਕਿ ਤੁਹਾਨੂੰ ਪਹਿਲੇ ਦਿਨ, ਦੂਜੇ ਦਿਨ, ਤੀਜੇ ਦਿਨ ਇੱਥੇ ਘੁਮਾਇਆ ਜਾਏਗਾ, ਫਿਰ ਉਹਦੇ ਨਾਲ ਕਿਆ ਹੋਏਗਾ, ਉਹ ਮਤਲਬ ਉਸ ਗੱਲ ਨੂੰ ਚੰਗੀ ਤਰ੍ਹਾਂ ਨਹੀਂ ਸਮਝ ਸਕਦਾ, ਕੋਈ ਪ੍ਰੋਬਲਮ ਵੀ ਆ ਸਕਦੀ ਹੈ। ਤਾਂ ਆਈਟਨਰੀ ਨੂੰ ਤਿਆਰ ਕੀਤਾ ਜਾਂਦਾ ਲਿਖਤੀ ਤੌਰ 'ਤੇ, ਜਿਹਨੂੰ ਦੇਖ ਕੇ, ਪੜ੍ਹ ਕੇ, ਸਮਝ ਕੇ ਇੱਕ ਸੈਲਾਨੀ ਜਿਹੜਾ ਹੈ, ਇੱਕ ਟੂਰਿਸਟ ਜਿਹੜਾ ਹੈ ਉਸਨੂੰ ਸਮਝ ਸਕਦਾ ਹੈ। ਅਤੇ ਇਸ ਦੇ ਨਾਲ ਅਸੀਂ ਆਪਣੀ ਚੀਜ਼ ਨੂੰ ਵੇਚਣ ਦੇ ਲਈ, ਜਦ ਅਸੀਂ ਕਿਸੇ ਟਰੈਵਲ ਏਜੰਸੀ ਦੇ ਵਿੱਚ ਜੋਬ ਕਰਦੇ ਹਾਂ, ਨੌਕਰੀ ਕਰਦੇ ਹਾਂ, ਤਾਂ ਆਪਣੀ ਸੇਲਸ ਨੂੰ ਵਧਾਉਣ ਦੇ ਲਈ ਆਈਟਨਰੀ ਨੂੰ ਤਿਆਰ ਕੀਤਾ ਜਾਂਦਾ ਹੈ। ਅਗਲਾ ਜਿਹੜਾ ਹੈ ਆਈਟਨਰੀ ਦੇ ਵਿੱਚ ਕੀ ਕੁਝ ਸ਼ਾਮਲ ਹੁੰਦਾ, ਜਿਵੇਂ ਕਿ ਮੈਂ ਤੁਹਾਨੂੰ ਦੱਸਿਆ, ਇਹਦੇ ਵਿੱਚ ਬਹੁਤ ਸਾਰੇ ਕਈ ਹਿੱਸੇ ਹੁੰਦੇ ਹਨ, ਕੋਈ ਸੁਵਿਧਾਵਾਂ ਹੁੰਦੀਆਂ ਹਨ। ਇਹ ਇੱਕ ਡਿਟੇਲ ਪਲਾਨ ਹੁੰਦਾ ਹੈ, ਇੱਕ ਯੋਜਨਾ ਹੁੰਦੀ ਹੈ ਪੂਰੀ ਯਾਤਰਾ ਦੀ, ਜੋ ਕਿ ਸੈਲਾਨੀ ਦੀ ਯਾਤਰਾ ਹੈ, ਉਹ ਜਿਹੜੀਆਂ ਥਾਵਾਂ 'ਤੇ ਜਾਏਗਾ, ਜਿਹੜੇ ਸਥਾਨਾਂ 'ਤੇ ਘੁੰਮੇਗਾ, ਜਿਹੜੀਆਂ ਥਾਂ 'ਤੇ ਸ਼ਾਪਿੰਗ ਕਰੇਗਾ, ਖਰੀਦਦਾਰੀ ਕਰੇਗਾ, ਜਾਂ ਉੱਥੇ ਕੋਈ ਪ੍ਰੋਗਰਾਮ ਦੇਖੇਗਾ, ਉਹ ਸਾਰੀ ਜਾਣਕਾਰੀ ਇਸ ਆਈਟਨਰੀ ਦੇ ਵਿੱਚ ਦਿੱਤੀ ਹੁੰਦੀ ਹੈ। ਅ ਲਿਸਟ ਆਫ ਪਲੇਸਿਸ ਟੂ ਬੀ ਵਿਜ਼ਿਟਡ, ਇਸ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਹਨ, ਜਿਵੇਂ ਕਿ ਕਿਹੜੀਆਂ ਥਾਵਾਂ ਤੋਂ ਉਹਨੂੰ ਲੈ ਕੇ ਜਾਇਆ ਜਾਏਗਾ। ਜਿਵੇਂ ਕਿ ਕਿਸੇ ਸਥਾਨ 'ਤੇ ਜਾਂਦੇ ਹਾਂ ਤਾਂ ਉੱਥੇ ਕਿਲ੍ਹੇ ਹੁੰਦੇ ਹਨ, ਫੋਰਟਸ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ, ਮੰਦਰ ਹੁੰਦੇ ਹਨ, ਟੈਂਪਲਸ,
ਜਾਂ ਬਹੁਤ ਸਾਰੀਆਂ ਲੇਕਸ ਹੁੰਦੀਆਂ ਨੇ, ਕਈ ਜਗ੍ਹਾ ਦੀਆਂ ਲੇਕਸ ਮਸ਼ਹੂਰ ਹੁੰਦੀਆਂ ਨੇ, ਕਈ ਜਗ੍ਹਾ ਦੀ ਮਾਰਕੀਟਸ ਬਹੁਤ ਫੇਮਸ ਹੈ। ਇੱਦਾਂ ਹੀ ਹਰੇਕ ਥਾਂ ਦੀ ਆਪਣੀ ਇੱਕ ਸਪੈਸ਼ਲਿਟੀ ਹੁੰਦੀ ਹੈ, ਉਸ ਥਾਂ ਦੀ ਇੱਕ ਖਾਸੀਅਤ ਹੁੰਦੀ ਹੈ। ਤਾਂ ਇੱਕ ਲਿਸਟ ਹੁੰਦੀ ਹੈ ਜਿਸ ਦੇ ਵਿੱਚ, ਜੋ ਕਿ ਆਈਟਨਰੀ ਦੇ ਵਿੱਚ ਦੱਸੀ ਗਈ ਹੁੰਦੀ ਕਿ ਤੁਹਾਨੂੰ ਪਹਿਲੇ ਦਿਨ ਤੋਂ ਲੈ ਕੇ ਅਖੀਰਲੇ ਦਿਨ ਤੱਕ ਕਿਹੜੀਆਂ ਕਿਹੜੀਆਂ ਥਾਵਾਂ 'ਤੇ ਘੁਮਾਇਆ ਜਾਏਗਾ। ਫਿਰ ਉਸ ਤੋਂ ਬਾਅਦ ਟਰੈਵਲ ਰੂਟ, ਇਹਦੇ ਵਿੱਚ ਰੂਟ ਵੀ ਦੱਸਿਆ ਗਿਆ ਹੁੰਦਾ। ਜਿਵੇਂ ਕਿ ਇੱਕ ਉਦਾਹਰਣ ਦੇ ਤੌਰ 'ਤੇ ਮੈਂ ਤੁਹਾਨੂੰ ਸਮਝਾਉਣਾ ਚਾਹਾਂਗਾ ਕਿ ਜਿਵੇਂ ਤੁਸੀਂ ਆਪਣਾ ਚੰਡੀਗੜ੍ਹ ਤੋਂ ਮਨਾਲੀ ਜਾਣਾ, ਤਾਂ ਵਿੱਚ ਰਸਤੇ ਦੇ ਵਿੱਚ ਰੋਪੜ ਆਉਂਦਾ ਹੈ, ਅਨੰਦਪੁਰ ਸਾਹਿਬ ਆਉਂਦਾ ਹੈ, ਨੰਗਲ ਆਉਂਦਾ ਹੈ। ਇੱਦਾਂ ਹੀ ਅਲੱਗ-ਅਲੱਗ ਜਿਹੜੇ ਹੈ ਇਸ ਦੇ ਵਿੱਚ ਉਹ ਕਿਤੇ ਵੀ ਸੈਲਾਨੀ ਰੁਕ ਸਕਦਾ ਹੈ, ਕਿੱਥੇ ਰੁਕਣਾ ਹੈ ਉਹ ਅਨੰਦਪੁਰ ਸਾਹਿਬ ਘੁੰਮ ਸਕਦਾ ਹੈ। ਇੱਦਾਂ ਹੀ ਅਲੱਗ-ਅਲੱਗ ਇਸ ਨੂੰ ਅਸੀਂ ਟਰੈਵਲ ਰੂਟ ਦੇ ਨਾਮ ਨਾਲ ਜਾਣਦੇ ਹਾਂ। ਫਿਰ ਇਸ ਦੇ ਬਾਅਦ ਇੰਪੋਰਟੈਂਸ, ਟਰੈਵਲ ਆਈਟਨਰੀ ਦਾ ਮਹੱਤਵ ਕੀ ਹੁੰਦਾ ਹੈ। ਟਰੈਵਲ ਆਈਟਨਰੀ ਜਿਹੜਾ ਹੈ ਇੱਕ ਬਹੁਤ ਹੀ ਅਹਿਮ, ਇੱਕ ਬਹੁਤ ਹੀ ਮਹੱਤਵਪੂਰਨ ਹਿੱਸਾ ਹੁੰਦਾ ਹੈ, ਤਾਂ ਕਿ ਜਿਹੜਾ ਔਰਗਨਾਈਜ਼ਡ ਤਰੀਕੇ ਦੇ ਨਾਲ ਜਿਹੜਾ ਛੁੱਟੀ ਦਾ ਸਮਾਂ ਹੈ, ਜਿਹੜੀ ਛੁੱਟੀਆਂ ਬਿਤਾਉਣ ਲਈ ਇੱਕ ਸੈਲਾਨੀ ਕਿਸੇ ਦੇਸ਼ ਦੇ ਵਿੱਚ, ਕਿਸੇ ਸ਼ਹਿਰ ਦੇ ਵਿੱਚ ਆਉਂਦਾ ਹੈ, ਉਸ ਨੂੰ ਅਸੀਂ ਵਧੀਆ ਢੰਗ ਨਾਲ ਬਣਾ ਕੇ, ਟੂਰ ਨੂੰ ਤਿਆਰ ਕਰਕੇ, ਕੋਈ ਵੀ ਪਰੇਸ਼ਾਨੀ ਨਾ ਆਵੇ, ਇਸ ਤਰੀਕੇ ਨਾਲ ਇੱਕ ਟੂਰ ਆਈਟਨਰੀ ਦਾ ਇਹ ਮਹੱਤਵ ਹੁੰਦਾ। ਜਿਵੇਂ ਕਿ ਮੈਂ ਤੁਹਾਨੂੰ ਸਮਝਾਇਆ, ਜਿਹੜੀ ਇਹ ਟੂਰ ਆਈਟਨਰੀ ਹੁੰਦੀ ਹੈ, ਟਰੈਵਲ ਆਈਟਨਰੀ ਹੁੰਦੀ ਹੈ, ਜਿਹੜਾ ਕਿ ਘੁੰਮਣ ਫਿਰਨ ਦੀ ਇੱਕ ਯੋਜਨਾ ਹੁੰਦੀ ਹੈ, ਜੋ ਕਿ ਯਾਤਰਾ ਏਜੰਸੀ ਵੱਲੋਂ ਤਿਆਰ ਕਰਕੇ, ਸੈਲਾਨੀਆਂ ਦੇ ਲਈ ਵਧੀਆ ਢੰਗ ਨਾਲ ਤਿਆਰ ਕਰਕੇ ਉਹਨਾਂ ਨੂੰ ਦਿੱਤੀ ਜਾਂਦੀ ਹੈ, ਜਿਹਦੇ ਨਾਲ ਅਸੀਂ ਆਪਣੀ ਵੇਚਣ ਦੀ ਕਲਾ ਨੂੰ ਨਿਖਾਰ ਸਕਦੇ ਹਾਂ। ਕਿਉਂਕਿ ਸਾਡੇ ਕੋਲ ਲਿਖਤੀ ਤੌਰ 'ਤੇ ਉਹਦੇ ਵਿੱਚ ਬਹੁਤ ਸਾਰੇ ਸੋਹਣੇ ਡੈਸਟੀਨੇਸ਼ਨਸ ਦੇ, ਜਿਹੜੀਆਂ ਉਸ ਸਥਾਨਾਂ ਦੇ ਚਿੱਤਰ, ਉਹ ਕਿਲ੍ਹਿਆਂ ਦੇ, ਮੰਦਰਾਂ ਦੇ ਚਿੱਤਰ, ਇੱਦਾਂ ਹੀ ਬਹੁਤ ਸਾਰੀਆਂ ਚੀਜ਼ਾਂ ਦੇ, ਜਿਵੇਂ ਬਗੀਚਿਆਂ ਦੇ, ਗਾਰਡਨ ਦੇ, ਜਿੱਥੇ ਵੀ ਉਸ ਸਥਾਨ 'ਤੇ ਜਾਣਾ ਹੈ, ਜੋ ਵੀ ਉਸ ਖਾਸ ਚੀਜ਼ਾਂ ਨੇ, ਉੱਥੇ ਦੇਖਣ ਵਾਲੀਆਂ ਖਾਸ ਸਥਾਨ ਨੇ, ਉਹ ਅਸੀਂ ਉਸ ਆਈਟਨਰੀ ਦੇ ਵਿੱਚ ਦੇਖ ਕੇ ਆਕਰਸ਼ਿਤ ਕਰ ਸਕਦੇ ਹਾਂ ਸੈਲਾਨੀ ਨੂੰ। ਜਿੰਨੀ ਵਧੀਆ ਸਾਡੀ ਆਈਟਨਰੀ ਹੋਏਗੀ ਸਾਡੀ ਕੰਪਨੀ ਦੀ, ਇਹ ਸਾਡੀ ਕ੍ਰੀਏਟੀਵਿਟੀ 'ਤੇ ਨਿਰਭਰ ਕਰਦਾ ਹੈ ਕਿ ਅਸੀਂ ਕਿੰਨੀ ਵਧੀਆ ਆਈਟਨਰੀ ਤਿਆਰ ਕਰ ਸਕਦੇ ਹਾਂ ਟੂਰਿਸਟ ਦੇ ਲਈ। ਅਤੇ ਇਸ ਦੇ ਨਾਲ ਕਿਆ ਹੋ ਸਕਦਾ, ਇੱਕ ਤਾਂ ਉਹਦਾ ਸਮਾਂ ਬਚੇਗਾ, ਕਿਉਂਕਿ ਆਈਟਨਰੀ ਤੁਸੀਂ ਤਿਆਰ ਕਰਕੇ ਦੇ ਰਹੇ ਹੋ। ਸਾਰੀ ਜਿਹੜੀ ਚੀਜ਼ ਬਾਰੇ ਸੈਲਾਨੀ ਨੂੰ ਜਾਣਕਾਰੀ ਨਹੀਂ ਹੈ, ਤੁਸੀਂ ਆਈਟਨਰੀ ਦੀ ਮਦਦ ਦੇ ਨਾਲ ਸੈਲਾਨੀ ਨੂੰ ਜਾਣਕਾਰੀ ਵੀ ਦੇ ਰਹੇ ਹੈ। ਅਤੇ ਇੱਕ ਬਹੁਤ ਹੀ ਅਹਿਮ, ਬਹੁਤ ਹੀ ਮਹੱਤਵਪੂਰਨ ਹਿੱਸਾ ਹੁੰਦਾ ਹੈ ਟਰੈਵਲ ਆਈਟਨਰੀ ਹੁੰਦੀ ਹੈ, ਕਿ ਜਿਹੜਾ ਉਸਦਾ ਤੁਸੀਂ ਇੱਕ ਤਾਂ ਟੂਰਿਸਟ ਦਾ ਟਾਈਮ ਵੀ ਸੇਵ ਕਰ ਰਹੇ ਹੋ, ਅਤੇ ਉਸਦੇ ਜਿਹੜੇ ਘੁੰਮਣ ਫਿਰਨ ਦੇ ਸਮੇਂ ਨੂੰ ਵੀ ਵਧਾ ਰਹੇ ਹੋ। ਜੇ ਇਹੀ ਆਈਟਨਰੀ ਪਹਿਲਾਂ ਪਲੈਨਿੰਗ ਉਹਦੀ ਨਹੀਂ ਹੋਏਗੀ, ਇਸ ਦੀ ਯੋਜਨਾ ਤਿਆਰ ਨਹੀਂ ਕੀਤੀ ਜਾਏਗੀ, ਤਾਂ ਬਹੁਤ ਸਾਰਾ ਸਮਾਂ ਜਿਹੜਾ ਹੈ ਸੈਲਾਨੀ ਦਾ ਬਰਬਾਦ ਹੋ ਸਕਦਾ, ਜੋ ਕਿ ਇੱਕ ਕੰਪਨੀ ਦੇ ਤੌਰ 'ਤੇ ਤੁਸੀਂ ਨਹੀਂ ਚਾਹੁੰਦੇ ਕਿ ਸੈਲਾਨੀ ਦਾ ਇੱਕ ਮਿੰਟ ਵੀ ਖਰਾਬ ਹੋਵੇ। ਅਤੇ ਇਸ ਦੇ ਨਾਲ ਟਰੈਵਲ ਆਈਟਨਰੀ ਤਿਆਰ ਕੀਤੀ ਜਾਂਦੀ ਹੈ, ਕਿਉਂਕਿ ਵੱਖ-ਵੱਖ ਕਿਸਮਾਂ ਦੀ ਟਰੈਵਲ ਆਈਟਨਰੀ ਹੁੰਦੀ ਹੈ, ਜੋ ਕਿ ਅੱਜ ਦੀ ਕਲਾਸ ਦੇ ਵਿੱਚ ਅਸੀਂ, ਅਤੇ ਇਟ ਇਜ਼ ਪ੍ਰੋਡਿਊਸਡ ਫॉर ਮਾਰਕੀਟਿੰਗ ਪਰਪਜ਼। ਜਿਵੇਂ ਕਿ ਮੈਂ ਤੁਹਾਨੂੰ ਦੱਸਿਆ, ਇਹ ਮਸ਼ਹੂਰੀ ਕਰਨ ਦੇ ਲਈ ਆਈਟਨਰੀ ਨੂੰ ਤਿਆਰ ਕੀਤਾ ਜਾਂਦਾ, ਤਾਂ ਕਿ ਤੁਸੀਂ ਆਪਣੀ ਚੀਜ਼ ਨੂੰ, ਜਿਹੜੀ ਤੁਹਾਡੀ ਆਈਟਨਰੀ ਹੈ, ਜਿਹੜੀ ਡੈਸਟੀਨੇਸ਼ਨ ਤੁਸੀਂ ਜਿੱਥੇ ਘੁਮਾਉਣਾ ਚਾਹੁੰਦੇ ਹੋ ਸੈਲਾਨੀ, ਜਿੱਥੇ ਉਹ ਘੁੰਮਣਾ ਚਾਹੁੰਦਾ ਹੈ, ਤੁਸੀਂ ਉਸਦੀ ਮਾਰਕੀਟਿੰਗ, ਮਸ਼ਹੂਰੀ ਚੰਗੀ ਤਰ੍ਹਾਂ ਆਈਟਨਰੀ ਦਿਖਾ ਕੇ, ਸਮਝਾ ਕੇ ਕਲਾਇੰਟ ਨੂੰ, ਟੂਰਿਸਟ ਨੂੰ, ਤੁਸੀਂ ਉਸਨੂੰ ਵੇਚ ਸਕੋ। ਉਸ ਤੋਂ ਬਾਅਦ ਅਗਲੀ ਜਿਹੜੀਆਂ ਕਿਸਮਾਂ ਹੈ, ਇਸ ਨੂੰ ਵੀ ਅਸੀਂ ਟਾਈਪਸ ਦੇ ਵਿੱਚ ਹੀ ਗਿਣ ਸਕਦੇ ਹਾਂ। ਇਹ ਹੁੰਦੀ ਹੈ ਕਿ ਜਿਸ ਵਿਅਕਤੀ ਲਈ ਉਹ ਆਈਟਨਰੀ ਤਿਆਰ ਕੀਤੀ ਗਈ ਹੈ, ਜਿਸ ਨੂੰ ਉਹ ਆਈਟਨਰੀ ਦਿੱਤੀ ਜਾਏਗੀ, ਉਸ ਨੂੰ ਅਸੀਂ ਟਾਈਪਸ ਆਫ ਆਈਟਨਰੀ ਦੇ ਵਿੱਚ ਕਹਿੰਦੇ ਹਾਂ। ਜਿਵੇਂ ਕਿ ਸਭ ਤੋਂ ਪਹਿਲਾਂ ਸਾਨੂੰ ਪਤਾ ਹੀ, ਆਈਟਨਰੀ ਕਿਹਦੇ ਲਈ ਤਿਆਰ ਕੀਤੀ ਜਾ ਰਹੀ ਹੈ, ਟੂਰਿਸਟ ਦੇ ਲਈ, ਸੈਲਾਨੀਆਂ ਦੇ ਲਈ ਤਿਆਰ ਕੀਤੀ ਜਾ ਰਹੀ ਹੈ, ਜੋ ਕਿ ਉਹਨਾਂ ਨੂੰ ਵੱਖ-ਵੱਖ ਕਿਸਮ ਦੀ ਜਾਣਕਾਰੀ ਦਿੱਤੀ ਦੇਵੇਗੀ ਕਿ ਉਹਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਸ਼ਾਮਿਲ ਨੇ। ਫਿਰ ਉਸ ਤੋਂ ਬਾਅਦ ਟੂਰ ਮੈਨੇਜਰਸ ਆਈਟਨਰੀ ਐਵੇਂ ਹੀ ਹੋ ਸਕਦੀ ਹੈ, ਜੋ ਕਿ ਉਹਨਾਂ ਦਾ ਮੈਨੇਜਰ ਹੋਏਗਾ, ਜੋ ਕਿ ਉਹਨਾਂ ਦੇ ਪੂਰੇ ਟੂਰ 'ਤੇ ਨਜ਼ਰ ਰੱਖੇਗਾ ਕਿ ਉਹਨਾਂ ਦੇ ਟੂਰ ਦੇ ਵਿੱਚ ਕੋਈ ਪਰੇਸ਼ਾਨੀ ਨਾ ਆਵੇ, ਉਹਨਾਂ ਦਾ ਸਮਾਂ ਖਰਾਬ ਨਾ ਹੋਵੇ। ਕੋਈ ਉਹਨਾਂ ਨੂੰ ਪਰੇਸ਼ਾਨੀ ਆ ਰਹੀ ਹੈ ਤਾਂ ਟੂਰ ਮੈਨੇਜਰ ਨੂੰ ਦੱਸ ਸਕਦੇ ਹੈ। ਟੂਰ ਮੈਨੇਜਰ ਦੀ ਜਾਣਕਾਰੀ ਦੇ ਵਿੱਚ ਵੀ ਹੋਣਾ ਚਾਹੀਦਾ ਹੈ ਕਿ ਸੈਲਾਨੀ ਨੂੰ ਕਿਹੜੇ ਦਿਨ, ਕਿਹੜੇ ਸਮੇਂ, ਕਿੱਥੇ ਘੁਮਾਉਣ ਲਈ ਲਿਜਾਇਆ ਜਾ ਰਿਹਾ, ਉਹਨਾਂ ਨੂੰ ਕਿਹੜੀਆਂ-ਕਿਹੜੀਆਂ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਨੇ। ਉਸ ਤੋਂ ਬਾਅਦ ਵੈਂਡਰਸ ਆਈਟਨਰੀ। ਹੁਣ ਵੈਂਡਰ ਕੌਣ ਹੁੰਦਾ ਹੈ? ਵੈਂਡਰ ਬੱਚੋਂ ਅਸੀਂ ਉਸਨੂੰ ਕਹਿੰਦੇ ਹਾਂ ਜੋ ਕਿ ਉਹ ਸੁਵਿਧਾਵਾਂ ਨੂੰ ਇੱਕ ਟਰੈਵਲ ਏਜੰਸੀ ਤੱਕ ਪਹੁੰਚਾਉਂਦਾ ਹੈ। ਜਿਵੇਂ ਕਿ ਅਸੀਂ ਕਹਿੰਦੇ ਹਾਂ ਵਿਕਰੇਤਾ, ਜਿਵੇਂ ਕਿ ਇੱਕ ਬਿਸਕੁਟ ਬਣਾਉਣ ਵਾਲੀ ਕੰਪਨੀ ਹੈ, ਉਹ ਦੁਕਾਨਾਂ ਤੱਕ ਕਿਵੇਂ ਪਹੁੰਚਦਾ ਹੈ, ਤਾਂ ਉਹ ਜਿਹੜੇ ਦੁਕਾਨਦਾਰ ਹੁੰਦੇ ਆ, ਉਹ ਇੱਕ ਤਰੀਕੇ ਨਾਲ ਵੈਂਡਰ ਹੁੰਦੇ ਆ। ਜਾਂ ਸਾਡੇ ਘਰ ਦੇ ਨੇੜੇ ਕੋਈ ਛੋਟੀਆਂ-ਮੋਟੀਆਂ ਦੁਕਾਨਾਂ ਹੁੰਦੀਆਂ ਹਨ, ਜਾਂ ਜੋ ਸਮਾਨ ਫੇਰੀ ਵਾਲੇ ਆਉਂਦੇ ਆ ਸਮਾਨ ਵੇਚਣ, ਤਾਂ ਉਹਨਾਂ ਨੂੰ ਅਸੀਂ ਵਿਕਰੇਤਾ ਕਹਿੰਦੇ। ਇਵੇਂ ਸੇਮ ਟਰੈਵਲ ਐਂਡ ਟੂਰਿਜ਼ਮ ਦੇ ਵਿੱਚ ਵੀ ਕੀ ਹੁੰਦਾ ਹੈ ਕਿ ਜੇ ਟਰੈਵਲ ਐਂਡ ਟੂਰਿਜ਼ਮ ਦੇ ਵਿੱਚ ਵੈਂਡਰਸ ਹੁੰਦੇ ਨੇ, ਜਿਵੇਂ ਕਿ ਹੋਟਲ ਦਾ ਕਮਰਾ ਚਾਹੀਦਾ ਸੈਲਾਨੀ ਤੋਂ, ਟਰੈਵਲ ਏਜੰਸੀ ਹੋਟਲ ਵਾਲੇ ਤੋਂ ਖਰੀਦ ਲੈਂਦੀ, ਉਸਨੂੰ ਅਸੀਂ ਵੈਂਡਰ ਕਹਿੰਦੇ। ਇਵੇਂ ਹਵਾਈ ਜਹਾਜ਼ ਦੀਆਂ ਟਿਕਟਾਂ ਹੁੰਦੀਆਂ ਨੇ, ਉਹ ਏਅਰਲਾਈਨਸ ਕੰਪਨੀ ਤੋਂ ਟਰੈਵਲ ਏਜੰਸੀ ਨੂੰ ਮਿਲ ਜਾਂਦੀਆਂ ਹਨ, ਉਸਨੂੰ ਅਸੀਂ ਸਪਲਾਇਰ ਵੀ ਕਹਿ ਸਕਦੇ ਹਾਂ, ਵੈਂਡਰਸ ਵੀ। ਤਾਂ ਵੈਂਡਰਸ ਕੋਲ ਵੀ ਆਈਟਨਰੀ ਹੁੰਦੀ ਕਿ ਸਾਡੇ ਕੋਲ ਗੈਸਟ ਨੇ ਕਦੋਂ ਆਉਣਾ ਠਹਿਰਨ ਦੇ ਲਈ, ਹੋਟਲ ਦੇ ਵਿੱਚ ਕਿੰਨੀ ਤਰੀਕ ਨੂੰ ਆਉਣਾ, ਕਿੰਨੇ ਟਾਈਮ 'ਤੇ ਉਹਦਾ ਅਰਾਈਵਲ ਹੋਣਾ, ਡਿਪਾਰਚਰ, ਜਿਵੇਂ ਕਿ ਮੈਂ ਤੁਹਾਨੂੰ ਸਮਝਾ ਚੁੱਕਿਆ ਅਰਾਈਵਲ ਅਤੇ ਡਿਪਾਰਚਰ ਕੀ ਹੁੰਦਾ ਹੈ, ਕਿ ਕਿਹੜੇ ਸਮੇਂ 'ਤੇ ਉਹਨਾਂ ਨੇ ਆਉਣਾ ਹੈ ਅਤੇ ਕਿਹੜੇ ਸਮੇਂ 'ਤੇ ਉਹਨਾਂ ਦਾ ਡਿਪਾਰਚਰ ਹੋਣਾ ਹੈ। ਤਾਂ ਕਿ ਵੈਂਡਰ ਨੂੰ ਵੀ, ਸਪਲਾਇਰ ਨੂੰ ਵੀ, ਜੋ ਕਿ ਸੁਵਿਧਾਵਾਂ ਦੇ ਰਿਹਾ ਹੈ,
ਜਿਵੇਂ ਕਿ ਬੱਸ ਦਾ ਮਾਲਕ, ਟੈਕਸੀ ਦਾ ਮਾਲਕ ਜਾਂ ਹੋਟਲ ਦਾ ਜਿਹੜਾ ਰਿਸੈਪਸ਼ਨ, ਜੋ ਹੋਟਲ ਦੇ ਕਰਮਚਾਰੀ ਹੁੰਦੇ ਉਹਨਾਂ ਨੂੰ ਵੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਗੈਸਟ ਨੇ ਕਦੋਂ ਆਉਣਾ, ਉਹਨਾਂ ਨੂੰ ਅਸੀਂ ਕਦੋਂ ਸੇਵਾਵਾਂ ਪੇਸ਼ ਕਰਨੀਆਂ, ਉਹਨਾਂ ਦੀ ਕਦੋਂ ਉਹਨਾਂ ਦੀ ਅਰਾਈਵਲ ਅਤੇ ਡਿਪਾਰਚਰ ਹੈ। ਉਵੇਂ ਬੱਸ ਡਰਾਈਵਰਸ ਆਈਟਨਰੀ, ਇੱਕ ਬੱਸ ਦੇ ਡਰਾਈਵਰ ਨੂੰ ਵੀ ਆਈਟਨਰੀ ਦਿੱਤੀ ਜਾਂਦੀ ਹੈ ਯਾਤਰਾ ਏਜੰਸੀ ਵੱਲੋਂ, ਟਰੈਵਲ ਏਜੰਸੀ ਵੱਲੋਂ, ਕਿ ਬੱਸ ਡਰਾਈਵਰ ਨੂੰ ਵੀ ਪਤਾ ਹੋਣਾ ਚਾਹੀਦਾ ਕਿ ਮੈਂ ਕਿਹੜੇ ਸਮੇਂ ਤੋਂ ਉਹਨਾਂ ਨੂੰ ਗੈਸਟ ਨੂੰ ਪਿਕ ਕਰਨਾ ਹੈ, ਕਿਹੜੇ ਸਮੇਂ ਤੋਂ ਉਹਨਾਂ ਨੂੰ ਲੈ ਕੇ ਜਾਣਾ ਹੈ, ਕਿੰਨੇ ਸਮੇਂ 'ਤੇ ਉਹਨਾਂ ਨੂੰ, ਕਿੰਨੇ ਵਜੇ ਉਹਨਾਂ ਦੀ ਫਲਾਈਟ ਆਉਣੀ ਹੈ, ਜਾਂ ਉਹਨਾਂ ਨੂੰ ਲੈਣ ਕਦੋਂ ਜਾਣਾ, ਜਾਂ ਉਹਨਾਂ ਨੂੰ ਸਾਈਟ ਸਿੰਗ ਦੇ ਲਈ, ਦ੍ਰਿਸ਼ ਦਰਸ਼ਨ ਲਈ, ਘੁਮਾਉਣ ਫਿਰਾਉਣ ਲਈ ਕਦੋਂ ਲੈ ਕੇ ਜਾਣਾ ਹੈ। ਇੱਦਾਂ ਹੀ ਨੈਕਸਟ ਜਿਹੜੀ ਹੈ ਅਗਲੀ ਕਿਸਮ ਹੈ ਟੂਰ ਐਸਕੌਟ ਆਈਟਨਰੀ। ਜਿਵੇਂ ਟੂਰ ਮੈਨੇਜਰ ਮੈਂ ਤੁਹਾਨੂੰ ਦੱਸਿਆ, ਉਵੇਂ ਟੂਰ ਐਸਕੌਟ ਹੁੰਦਾ। ਟੂਰ ਐਸਕੌਟ ਉਹ ਹੁੰਦਾ ਜੋ ਕਿ ਉਹਨਾਂ ਨੂੰ ਪੂਰੇ ਟੂਰ ਦੌਰਾਨ ਉਹਨਾਂ ਦਾ ਟੂਰ ਗਾਈਡ ਹੁੰਦਾ ਹੈ ਇੱਕ ਤਰੀਕੇ ਨਾਲ। ਟੂਰ ਗਾਈਡ ਦਾ ਜਿਵੇਂ ਇੱਕ ਸੀਮਤ ਹੁੰਦਾ ਕਿ ਇੱਕ ਜਗ੍ਹਾ 'ਤੇ ਉਹਨਾਂ ਨੂੰ ਉਸ ਥਾਂ ਬਾਰੇ ਜਾਣਕਾਰੀ ਦੇਗਾ, ਬਟ ਟੂਰ ਐਸਕੌਟ ਜਿਹੜਾ ਹੁੰਦਾ ਪੂਰਾ ਦਿਨ ਉਹਨਾਂ ਦੇ ਨਾਲ ਰਹੇਗਾ। ਜਿੱਥੇ ਜਿੱਥੇ ਵੀ ਉਹ ਜਾਣਗੇ, ਉਹਨਾਂ ਨੂੰ ਕੋਈ ਪਰੇਸ਼ਾਨੀ ਆਉਂਦੀ ਹੈ ਜਾਂ ਉਹਨਾਂ ਨੂੰ ਕੋਈ ਵੀ ਦਿੱਕਤ ਆਉਂਦੀ ਹੈ ਤਾਂ ਟੂਰ ਐਸਕੌਟ ਦੇ ਨਾਲ ਤਾਲਮੇਲ ਬਣਾ ਕੇ ਸੈਲਾਨੀ ਜਿਹੜਾ ਹੈ ਆਪਣੇ ਟੂਰ ਨੂੰ ਮਤਲਬ ਵਧੀਆ ਰੱਖ ਸਕਦੇ। ਤਾਂ ਉਹਨਾਂ ਦੇ ਖਿਆਲ ਰੱਖਣ ਦੇ ਲਈ ਟੂਰ ਐਸਕੌਟ ਨੂੰ ਵੀ ਆਈਟਨਰੀ ਦਿੱਤੀ ਜਾਂਦੀ ਹੈ ਤਾਂ ਕਿ ਉਹਦੇ ਕੋਲ ਪੂਰਾ ਪ੍ਰੋਗਰਾਮ ਹੋਵੇ ਕਿ ਮੈਂ ਪੂਰੇ ਦਿਨ ਦੇ ਵਿੱਚ, ਜਾਂ ਜਿਵੇਂ 6-7 ਦਿਨਾਂ ਦਾ ਟੂਰ ਹੈ, ਪੂਰੇ 6-7 ਦਿਨਾਂ ਦੇ ਵਿੱਚ ਮੈਂ ਸੈਲਾਨੀਆਂ ਨੂੰ ਕਿਹੜੇ ਟਾਈਮ 'ਤੇ ਕਿੱਥੇ ਲੈ ਕੇ ਜਾਣਾ। ਜਿਵੇਂ ਕੋਈ ਗਰੁੱਪ ਹੈ ਤਾਂ ਗਰੁੱਪ ਲਈ, ਇੱਕ ਸਿੰਗਲ ਬੰਦਾ ਜਾਂ ਇੱਕ ਫੈਮਿਲੀ ਆਈ ਹੋਈ ਹੈ ਘੁੰਮਣ ਦੇ ਲਈ ਤਾਂ ਉਹਦੇ ਲਈ। ਅਤੇ ਇਹ ਜਿਹੜੀਆਂ ਕਿਸਮਾਂ ਹੋ ਗਿਆ ਟਾਈਪਸ ਆਫ ਟੂਰ ਆਈਟਨਰੀ। ਉਸ ਤੋਂ ਬਾਅਦ ਸਭ ਤੋਂ ਪਹਿਲੀ ਕਿਸਮ ਜਿਵੇਂ ਮੈਂ ਤੁਹਾਨੂੰ ਸਮਝਾ ਚੁੱਕਿਆ, ਟੂਰਿਸਟ ਆਈਟਨਰੀ। ਟੂਰਿਸਟ ਆਈਟਨਰੀ ਜਿਹੜੀ ਹੁੰਦੀ ਹੈ ਜਿਵੇਂ ਕਿ ਟੂਰਿਸਟ ਲਈ ਹੁੰਦੀ ਹੈ, ਇੱਕ ਸ਼ਾਰਟ, ਇੱਕ ਸੰਖੇਪ ਦੇ ਵਿੱਚ ਇੱਕ ਸ਼ਾਰਟ ਆਈਟਨਰੀ ਇਸ ਨੂੰ ਕਹਿ ਸਕਦੇ ਹਾਂ ਅਸੀਂ, ਵਿਚ ਕੈਨ ਬੀ ਇਨਕਲੂਡਿਡ ਇਨ ਦਾ ਟੂਰ ਬਰੋਸ਼ਰ। ਇਸ ਨੂੰ ਅਸੀਂ ਟੂਰ ਬਰੋਸ਼ਰ ਦੇ ਵਿੱਚ ਵੀ ਦੇਖ ਸਕਦੇ ਹਾਂ। ਟੂਰ ਬਰੋਸ਼ਰ ਇੱਕ ਕਿਸਮ ਦੀ ਕਿਤਾਬ ਹੁੰਦੀ ਹੈ ਜੋ ਕਿ ਯਾਤਰਾ ਏਜੰਸੀ, ਟਰੈਵਲ ਏਜੰਸੀਜ਼ ਵੱਲੋਂ ਤਿਆਰ ਕੀਤੀ ਜਾਂਦੀ ਹੈ ਮਾਰਕੀਟਿੰਗ, ਮਸ਼ਹੂਰੀ ਦੇ ਪਰਪਸ ਦੇ ਲਈ, ਤਾਂ ਕਿ ਉਹਨੂੰ ਦਿਖਾ ਕੇ ਅਸੀਂ ਆਪਣੀ ਆਈਟਨਰੀ ਨੂੰ ਵੇਚ ਸਕੀਏ। ਕਿਉਂਕਿ ਜਦ ਸਾਡੇ ਸਾਹਮਣੇ ਕੋਈ ਕਿਤਾਬ ਹੁੰਦੀ ਹੈ, ਅਸੀਂ ਉਹਨੂੰ ਪੜ੍ਹਦੇ ਹਾਂ, ਸਾਨੂੰ ਗੱਲ ਜਿਹੜੀ ਹੈ, ਟੌਪਿਕ ਜਿਹੜਾ ਚੰਗੀ ਤਰ੍ਹਾਂ ਸਮਝ ਆ ਜਾਂਦਾ। ਉਵੇਂ ਜਦ ਅਸੀਂ ਕਿਸੇ ਜਗ੍ਹਾ ਦੇ ਬਾਰੇ ਦੱਸਣਾ ਹੈ ਤਾਂ ਜਦ ਸਾਡੇ ਕੋਲ ਟੂਰ ਬਰੋਸ਼ਰ ਹੋਏਗਾ ਤਾਂ ਉਹਦੇ ਵਿੱਚ ਅਸੀਂ ਚੰਗੀ ਤਰ੍ਹਾਂ ਆਪਣੀ ਗੱਲ ਨੂੰ ਸਮਝਾ ਸਕਦੇ ਹਾਂ। ਉਵੇਂ ਇੱਕ ਸ਼ਾਰਟ ਆਈਟਨਰੀ ਹੁੰਦੀ, ਇਸ ਨੂੰ ਅਸੀਂ ਟੂਰ ਬਰੋਸ਼ਰ ਦੇ ਵਿੱਚ ਵੀ ਦੇਖ ਸਕਦੇ ਹਾਂ। ਇਟ ਐਮਫਸਾਈਜ਼ਸ ਔਨ ਦਾ ਬੇਸਿਕ ਥਿੰਗਸ ਦੈਟ ਦ ਟੂਰਿਸਟ ਨੀਡਸ ਐਂਡ ਵਾਂਟ ਟੂ ਨੋ ਰਿਲੇਟਿੰਗ ਟੂ ਆਲ ਐਸਪੈਕਟਸ ਆਫ ਦਾ ਟੂਰ। ਇਹ ਜਿਹੜਾ ਖਾਸ ਗੱਲ 'ਤੇ ਧਿਆਨ ਦਿੰਦੀ ਹੈ, ਇਹ ਜਿਹੜੀ ਟੂਰਿਸਟ ਆਈਟਨਰੀ ਹੁੰਦੀ, ਟੂਰਿਸਟ ਦੀਆਂ ਕੀ ਜ਼ਰੂਰਤਾਂ ਨੇ, ਉਹਨੂੰ ਕਿਹੜੀਆਂ ਕਿਹੜੀਆਂ ਥਾਵਾਂ ਤੱਕ ਘੁੰਮਣਾ ਪਸੰਦ ਹੈ, ਉਹਨੂੰ ਕਿਹੜੀਆਂ ਕਿਹੜੀਆਂ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਨੇ ਯਾਤਰਾ ਏਜੰਸੀ ਵੱਲੋਂ। ਇਹ ਸਾਰੀ ਜਾਣਕਾਰੀ ਇੱਕ ਟੂਰ ਦੇ ਵਿੱਚ ਜਿਹੜੀ ਹੈ ਇਹ ਹੁੰਦੀ ਹੈ। ਇਹ ਇੱਕ ਤਰੀਕੇ ਦਾ ਦਸਤਾਵੇਜ਼ ਹੁੰਦਾ, ਇਸ ਨੂੰ ਅਸੀਂ ਡਾਕੂਮੈਂਟ ਵੀ ਕਹਿ ਸਕਦੇ ਹਾਂ, ਜਿਸ ਦੇ ਵਿੱਚ ਡਿਪਾਰਚਰ ਬਾਰੇ, ਪੁਆਇੰਟ ਟਾਈਮ ਬਾਰੇ ਸਾਰੀ ਜਾਣਕਾਰੀ ਹੁੰਦੀ। ਇਸ 'ਤੇ ਡਿਪਾਰਚਰ ਪੁਆਇੰਟ ਕਿਹੜਾ ਹੈ, ਕਿੱਥੋਂ ਉਹਨਾਂ ਨੂੰ ਪਿਕ ਕਰਕੇ ਲਿਆਉਣਾ, ਕਿਹੜੇ ਏਅਰਪੋਰਟ ਤੋਂ ਲੈ ਕੇ ਆਉਣਾ। ਜਿਵੇਂ ਸਪੋਜ਼ ਕੋਈ ਪੰਜਾਬ ਆ ਰਿਹਾ, ਉਹ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ 'ਤੇ ਆ ਰਿਹਾ ਜਾਂ ਅੰਮ੍ਰਿਤਸਰ ਇੰਟਰਨੈਸ਼ਨਲ ਏਅਰਪੋਰਟ 'ਤੇ ਆ ਰਿਹਾ, ਤਾਂ ਉਹਦਾ ਡਿਪਾਰਚਰ ਪੁਆਇੰਟ ਕੀ ਹੋ ਗਿਆ ਕਿ ਉਹਨੂੰ ਕਿਹੜੇ ਪੁਆਇੰਟ 'ਤੇ ਉਹ ਆ ਰਿਹਾ ਹੈ। ਚੰਡੀਗੜ੍ਹ ਰੇਲਵੇ ਸਟੇਸ਼ਨ 'ਤੇ ਆ ਰਿਹਾ ਕਿ ਲੁਧਿਆਣੇ ਆ ਰਿਹਾ ਕਿ ਅੰਮ੍ਰਿਤਸਰ ਰੇਲਵੇ ਸਟੇਸ਼ਨ 'ਤੇ ਆ ਰਿਹਾ, ਅਤੇ ਉਹਦਾ ਡਿਪਾਰਚਰ ਪੁਆਇੰਟ ਕੀ ਹੈ। ਉਸ ਤੋਂ ਬਾਅਦ ਟਾਈਮ, ਕਿਹੜੇ ਟਾਈਮ 'ਤੇ ਉਹ ਪਹੁੰਚ ਰਿਹਾ ਹੈ। ਫਿਰ ਉਸ ਤੋਂ ਬਾਅਦ ਚੈੱਕ ਇਨ ਚੈੱਕ ਆਊਟ ਟਾਈਮ ਕਿਹੜਾ ਹੈ, ਕਿ ਮਤਲਬ ਉਹਨੇ ਹੋਟਲ ਦੇ, ਜਿਵੇਂ ਆਮ ਤੌਰ 'ਤੇ ਹੋਟਲ ਦੇ ਵਿੱਚ ਕੀ ਹੁੰਦਾ, ਦੁਪਹਿਰ 12 ਵਜੇ ਤੱਕ ਹੋਟਲ ਦਾ ਇੱਕ ਕਮਰਾ ਇੱਕ ਰਾਤ ਲਈ ਬੁੱਕ ਕੀਤਾ ਜਾਂਦਾ ਹੈ। ਜੇ 12 ਵਜੇ ਉਹਨੂੰ ਚੈੱਕ ਆਊਟ ਕਰਨਾ ਪੈਂਦਾ। ਜੇ ਉਹਨੇ ਹੋਰ ਸਟੇ ਕਰਨੀ ਹੈ ਤਾਂ ਹੋਟਲ ਦੇ ਕਰਮਚਾਰੀਆਂ ਨੂੰ, ਹੋਟਲ ਦੇ ਸਟਾਫ ਨੂੰ ਉਹ ਗੈਸਟ ਜਿਹੜਾ ਹੈ ਇਨਫੋਰਮ ਕਰ ਸਕਦਾ ਹੈ ਕਿ ਮੇਰਾ ਇੰਨੇ ਵਜੇ ਚੈੱਕ ਇਨ ਹੋਏਗਾ ਅਤੇ ਮੇਰੇ ਇੰਨੇ ਵਜੇ ਚੈੱਕ ਆਊਟ ਹੋਏਗਾ। ਮਤਲਬ ਹੋਟਲ ਦੇ ਵਿੱਚ ਆਉਣ ਅਤੇ ਜਾਣ ਦਾ ਜਿਹੜਾ ਸਮਾਂ ਹੈ, ਹੋਟਲ ਦੇ ਵਿੱਚ ਐਂਟਰ ਕਰਨ ਦੇ ਅਤੇ ਆਊਟ ਹੋਣ ਦਾ ਟਾਈਮ, ਉਸਨੂੰ ਅਸੀਂ ਚੈੱਕ ਇਨ ਚੈੱਕ ਆਊਟ ਟਾਈਮ ਵੀ ਕਹਿੰਦੇ ਹਾਂ। ਅਤੇ ਇੱਕ ਤਰੀਕੇ ਦਾ ਇੱਕ ਦਸਤਾਵੇਜ਼ ਹੁੰਦਾ ਜੋ ਕਿ ਅਸੀਂ ਸੈਲਾਨੀਆਂ ਨੂੰ ਤਿਆਰ ਕਰਕੇ ਦਿੰਦੇ ਹਾਂ, ਜੇ ਕਿ ਅਸੀਂ ਟੂਰਿਸਟ ਆਈਟਨਰੀ ਜਿਸ ਨੂੰ ਅਸੀਂ ਕਹਿ ਰਹੇ ਹਾਂ। ਨੈਕਸਟ ਜਿਹੜਾ ਹੈ ਉਹ ਬੱਚੋ ਹੈ ਟੂਰ ਮੈਨੇਜਰਸ ਆਈਟਨਰੀ। ਟੂਰ ਮੈਨੇਜਰਸ ਆਈਟਨਰੀ ਨੂੰ ਅਸੀਂ ਕਹਿ ਸਕਦੇ ਹਾਂ ਕਿ ਇਹਦੇ ਵਿੱਚ ਇੱਕ ਜਾਣਕਾਰੀ ਹੁੰਦੀ, ਤਾਂ ਹੀ ਇਸ ਨੂੰ ਅਸੀਂ ਕਹਿੰਦੇ ਮੋਸਟ ਡਿਟੇਲ ਟਾਈਪ ਆਫ ਆਈਟਨਰੀ। ਇਸ ਦੇ ਵਿੱਚ ਬਹੁਤ ਹੀ ਵਿਆਖਿਆ ਦੇ ਰੂਪ ਦੇ ਵਿੱਚ ਹਰੇਕ ਜਾਣਕਾਰੀ ਟੂਰ ਦੇ ਬਾਰੇ ਦਿੱਤੀ ਗਈ ਹੁੰਦੀ, ਕਿਉਂਕਿ ਟੂਰ ਮੈਨੇਜਰ ਨੇ ਕਿਹਾ ਹੈ ਪੂਰੀ ਆਈਟਨਰੀ, ਪੂਰੇ ਟੂਰ ਦੌਰਾਨ ਪੂਰਾ ਦੇਖ ਰੇਖ ਕਰਨੀ ਹੈ ਕਿ ਸੈਲਾਨੀ ਦੇ ਟੂਰ ਜਿਹੜਾ ਹੈ ਵਧੀਆ ਜਾ ਰਿਹਾ ਕਿ ਨਹੀਂ ਜਾ ਰਿਹਾ। ਤਾਂ ਹੀ ਇਸ ਨੂੰ ਪੂਰੀ ਡਿਟੇਲ ਦੇ ਵਿੱਚ ਤਿਆਰ ਕੀਤਾ ਗਿਆ ਹੁੰਦਾ, ਜਿਹੜਾ ਕਿ ਟੂਰਿਸਟ ਆਈਟਨਰੀ ਦੇ ਵਿੱਚ ਨਹੀਂ ਹੁੰਦਾ। ਟੂਰਿਸਟ ਆਈਟਨਰੀ ਦੇ ਵਿੱਚ ਉਹੀ ਗੱਲਾਂ ਹੋਣਗੀਆਂ ਜੋ ਕਿ ਸੈਲਾਨੀ ਨੂੰ ਜਿਹੜੀਆਂ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ, ਜੋ ਕਿ ਜਿਸ ਜਾਣਕਾਰੀ ਦੀ ਉਸਨੂੰ ਲੋੜ ਹੈ। ਬਟ ਇਸ ਦੇ ਵਿੱਚ ਕੰਪਨੀ ਵੱਲੋਂ ਕਿਸ ਤਰੀਕੇ ਨਾਲ ਕਿਆ ਚੀਜ਼ਾਂ ਦਾ ਧਿਆਨ ਰੱਖਣਾ ਤਾਂ ਕਿ ਜਿਹੜਾ ਹੈ ਟੂਰਿਸਟ ਦਾ ਜਾਂ ਕਸਟਮਰ ਦਾ, ਕਲਾਇੰਟ ਦਾ ਟੂਰ ਵਧੀਆ ਜਾ ਸਕੇ, ਉਹ ਸਾਰੀ ਜਾਣਕਾਰੀ ਹੁੰਦੀ ਹੈ। ਜਿਵੇਂ ਕਿ ਇਸ ਦੇ ਵਿੱਚ ਪੈਸੇਂਜਰ ਦੀ ਲਿਸਟ ਹੋ ਸਕਦੀ ਹੈ ਕਿ ਕਿੰਨੇ ਯਾਤਰੀ ਹਨ, ਉਹਨਾਂ ਦੇ ਨਾਮ ਹੋ ਸਕਦੇ ਹਨ, ਉਹਨਾਂ ਦੀ ਉਮਰ ਹੋ ਸਕਦੀ ਹੈ, ਇਸ ਨੂੰ ਪੈਸੇਂਜਰ ਲਿਸਟ ਕਹਿੰਦੇ। ਅਕੋਮੋਡੇਸ਼ਨ ਅਲਾਟਮੈਂਟ,
मतलब किन्ने होटल अकोमोडेशन मतलब कमरे किन्ने कमरे बुक होए, एक रूम ਦੇ ਵਿੱਚ ਕਿੰਨੇ ਲੋਕ ਸਟੇ ਕਰ ਰਹੇ ਨੇ, ਕਿੰਨੇ ਲੋਕਾਂ ਦੇ ਰਹਿਣ ਦਾ ਇੰਤਜ਼ਾਮ ਹੈ, 3 ਲੋਕ ਨੇ ਜਾਂ ਉਹਦੇ ਵਿੱਚ ਡਬਲ ਬੈੱਡ ਲਵਾ ਕੇ ਜਾਂ ਸਿੰਗਲ ਐਕਸਟਰਾ ਬੈੱਡ ਲਵਾ ਕੇ ਅਕੋਮੋਡੇਸ਼ਨ ਅਲਾਟਮੈਂਟ ਉਹਨਾਂ ਨੂੰ ਕਿਸ ਹਿਸਾਬ ਦੇ ਨਾਲ ਅਸੀਂ ਅਕੋਮੋਡੇਸ਼ਨ ਦੇਣੀ ਹੈ। ਸਪੈਸ਼ਲ ਰਿਕੁਆਇਰਮੈਂਟ ਜਿਵੇਂ ਕਿਸੇ ਨੂੰ ਜੈਨ ਫੂਡ ਚਾਹੀਦਾ ਹੈ ਜਾਂ ਕਿਸੇ ਨੂੰ ਟੂਰ ਗਾਈਡ ਦੀਆਂ ਸੁਵਿਧਾਵਾਂ ਚਾਹੀਦੀਆਂ ਨੇ, ਕਿਸੇ ਨੂੰ ਵੀਲ ਚੇਅਰ ਦੀ ਲੋੜ ਪੈ ਸਕਦੀ ਹੈ, ਕੋਈ ਵੀ ਖਾਸ ਆਮ ਤੋਂ ਲੈ ਕੇ ਖਾਸ ਸੁਵਿਧਾਵਾਂ ਉਸਨੂੰ ਅਸੀਂ ਸਪੈਸ਼ਲ ਰਿਕੁਆਇਰਮੈਂਟਸ ਉਹ ਵੀ ਉਹਦੇ ਵਿੱਚ ਮੈਂਸ਼ਨ ਹੋਏਗਾ, ਤਾਂ ਕਿ ਮਤਲਬ ਅਸੀਂ ਪੂਰੀ ਇਹਦੇ ਵਿੱਚ ਹੌਸਪਿਟੈਲਿਟੀ ਕਰਨੀ ਹੈ, ਪੂਰੀ ਪ੍ਰਾਹੁਣਚਾਰੀ ਕਰਨੀ ਹੈ, ਤਾਂ ਕਿ ਜਿਹੜਾ ਹੈ ਉਸ ਕੰਪਨੀ ਵੱਲੋਂ ਪੂਰਾ ਸੈਟਿਸਫਾਈ ਹੋ ਕੇ ਜਿਹੜਾ ਕਲਾਇੰਟ ਹੈ ਉਹ ਵਧੀਆ ਆਪਣੇ ਟੂਰ ਨੂੰ ਬਣਾ ਸਕੇ, ਉਸ ਦੀਆਂ ਯਾਦਗਾਰ ਇਸ ਟੂਰ ਦੇ ਯਾਦਗਾਰ ਪਲ ਬਣ ਸਕਣ। ਤਾਂ ਇੱਕ ਇੱਕ ਚੀਜ਼ ਦਾ ਖਿਆਲ ਰੱਖਿਆ ਜਾਂਦਾ ਹੈ ਟੂਰ ਮੈਨੇਜਰ ਵੱਲੋਂ ਕਿ ਉਸ ਦੀਆਂ ਸਪੈਸ਼ਲ ਰਿਕੁਆਇਰਮੈਂਟਸ ਕੀ ਨੇ, ਉਹਨਾਂ ਦੇ ਨਾਮ ਕੀ ਹੈ, ਕਿੰਨੇ ਯਾਤਰੀ ਸਫ਼ਰ ਕਰ ਰਹੇ ਨੇ, ਕਿੰਨੇ ਯਾਤਰੀ ਇਸ ਟੂਰ 'ਤੇ ਆ ਰਹੇ ਨੇ, ਕਿੰਨੇ ਯਾਤਰੀਆਂ ਨੂੰ ਕਮਰੇ ਬੁੱਕ ਕੀਤੇ ਗਏ, ਉਹਨਾਂ ਦੇ ਵਿੱਚ ਕਿੰਨੇ ਕਿੰਨੇ ਲੋਕ ਠਹਿਰਨ ਵਾਲੇ ਹਨ। ਅਤੇ ਇੱਕ ਇੱਕ ਛੋਟੀ ਛੋਟੀ ਜਾਣਕਾਰੀ ਵੀ ਟੂਰ ਮੈਨੇਜਰਸ ਦੀ ਆਈਟਨਰੀ ਦੇ ਵਿੱਚ ਹੁੰਦੀ ਹੈ। ਟਰਾਂਸਪੋਰਟੇਸ਼ਨ ਅਰੇਂਜਮੈਂਟਸ ਮਤਲਬ ਉਹਨਾਂ ਨੂੰ ਕਿਸ ਟਾਈਪ ਦੀ ਕਾਰ ਚਾਹੀਦੀ ਹੈ, ਉਹ ਕਿੰਨੇ ਲੋਕ ਹੈ, ਉਹਨਾਂ ਨੇ ਬੱਸ ਦੇ ਵਿੱਚ ਸਫ਼ਰ ਕਰਨਾ ਹੈ, ਟੈਂਪੋ ਟਰੈਵਲਰ ਦੇ ਵਿੱਚ ਕਰਨਾ ਹੈ, ਵੈਨ ਦੇ ਵਿੱਚ ਕਰਨਾ ਹੈ, ਜਾਂ ਇੱਕ ਏਸੀ ਕਾਰ ਚਾਹੀਦੀ ਹੈ, ਨੌਨ ਏਸੀ ਕਾਰ ਚਾਹੀਦੀ ਹੈ, ਤਾਂ ਟਰਾਂਸਪੋਰਟੇਸ਼ਨ ਅਰੇਂਜਮੈਂਟਸ ਕਿੱਦਾਂ ਦੇ ਹੈ ਉਸ ਨੂੰ ਅਸੀਂ ਕਹਿੰਦੇ ਟੂਰ ਮੈਨੇਜਰਸ ਆਈਟਨਰੀ। ਜਿਹੜੀ ਆਈਟਨਰੀ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਵੈਂਡਰਸ ਆਈਟਨਰੀ, ਵਿਕਰੇਤਾ ਵਾਲੀ ਜਿਹੜੀ ਆਈਟਨਰੀ ਹੁੰਦੀ ਹੈ, ਜੋ ਕਿ ਉਹ ਸੇਵਾਵਾਂ ਜਿਵੇਂ ਕਿ ਤੁਸੀਂ ਪਿਕਚਰ ਦੇ ਵਿੱਚ ਦੇਖ ਪਾ ਰਹੇ ਹੋ, ਟ੍ਰੇਨ, ਏਅਰਲਾਈਨਸ, ਜਿਹੜੀ ਆਪਣੀ ਕਰੂਜ਼ ਸ਼ਿਪ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ, ਉਹ ਇੱਕ ਯਾਤਰਾ ਜਿਹੜਾ ਟਰੈਵਲ ਏਜੰਟ ਹੈ ਉਹ ਪੂਰਾ ਇੱਕ ਤਾਲਮੇਲ ਬਣਾ ਕੇ ਰੱਖਦਾ ਇਹਨਾਂ ਸਪਲਾਇਰਸ ਦੇ ਨਾਲ, ਜਿਵੇਂ ਕਿ ਹੋਟਲ, ਗਰਾਊਂਡ ਸਰਵਿਸਿਜ਼, ਗਾਈਡਸ। ਗਰਾਊਂਡ ਸਰਵਿਸਿਜ਼ ਦੇ ਵਿੱਚ ਵੱਖ-ਵੱਖ ਜਿਵੇਂ ਕਿ ਉਹਦੇ ਵਿੱਚ ਤੁਸੀਂ ਐਂਟਰਟੇਨਮੈਂਟ ਵਾਲੀ ਕੋਈ ਹਾਲ ਹੈ, ਕਿਤੇ ਕੋਈ ਫੰਕਸ਼ਨ ਹੈ, ਉੱਥੇ ਲੈ ਕੇ ਜਾਣਾ ਸੈਲਾਨੀਆਂ ਨੂੰ, ਜਾਂ ਉੱਥੇ ਟ੍ਰੇਨ ਦੀਆਂ ਟਿਕਟਾਂ ਬੁੱਕ ਕਰਾਉਣੀਆਂ ਨੇ, ਜਾਂ ਬੱਸ ਦੀਆਂ ਸੁਵਿਧਾਵਾਂ, ਟਰਾਂਸਪੋਰਟ ਸੁਵਿਧਾਵਾਂ, ਉਸ ਨੂੰ ਅਸੀਂ ਗਰਾਊਂਡ ਸਰਵਿਸਿਜ਼ ਦੇ ਵਿੱਚ ਮਤਲਬ ਕਾਊਂਟ ਕਰਦੇ ਹਾਂ। ਇਸ ਦੇ ਵਿੱਚ ਜਿਹੜੀ ਆਈਟਨਰੀ ਹੁੰਦੀ ਵੈਂਡਰ, ਇਸ ਦੇ ਵਿੱਚ ਇੱਕ ਵੈਂਡਰ ਨੂੰ ਇੱਕ ਜਿਹੜਾ ਵਿਕਰੇਤਾ ਹੁੰਦਾ, ਜਿਹੜਾ ਸਪਲਾਇਰ ਹੁੰਦਾ, ਉਸ ਦੀ ਹੈਲਪ ਹੋ ਜਾਂਦੀ ਹੈ ਜਦ ਇੱਕ ਯਾਤਰਾ ਏਜੰਸੀ ਵੱਲੋਂ ਇੱਕ ਵੈਂਡਰ ਆਈਟਨਰੀ ਉਸ ਵੈਂਡਰ ਨੂੰ ਦੇ ਦਿੱਤੀ ਜਾਂਦੀ, ਜਿਵੇਂ ਕਿ ਹੋਟਲ ਨੂੰ ਦੇ ਦਿੱਤੀ ਗਈ, ਜਿਵੇਂ ਕਿ ਗਾਈਡ ਨੂੰ ਦੇ ਦਿੱਤੀ ਗਈ। ਸ਼ੈਡਿਊਲ ਸਰਵਿਸ ਫੈਸਿਲਿਟੀਜ਼ ਟੂ ਦ ਟੂਰਿਸਟ, ਉਹਦੇ ਵਿੱਚ ਕਿਹੜੀਆਂ ਕਿਹੜੀਆਂ ਸੁਵਿਧਾਵਾਂ ਜਿਹੜੀਆਂ ਕਿ ਸੈਲਾਨੀਆਂ ਨੂੰ ਦਿੱਤੀਆਂ ਜਾ ਰਹੀਆਂ, ਤਾਂ ਵੈਂਡਰ ਨੂੰ ਵੀ ਪਤਾ ਹੋਣਾ ਚਾਹੀਦਾ, ਤਾਂ ਕਿ ਜਦ ਹੋਟਲ ਦੇ ਵਿੱਚ ਗੈਸਟ ਆਵੇ ਤਾਂ ਹੋਟਲ ਦਾ ਸਟਾਫ ਪੂਰੇ ਚੰਗੇ ਤਰੀਕੇ ਨਾਲ ਤਿਆਰ ਰਹੇ ਕਿ ਮਤਲਬ ਕਿਹੜੀਆਂ ਕਿਹੜੀਆਂ ਸੁਵਿਧਾਵਾਂ ਸੈਲਾਨੀਆਂ ਨੂੰ ਦਿੱਤੀ ਜਾ ਰਹੀ, ਕਿਹੜੇ ਟਾਈਮ 'ਤੇ ਉਹਨਾਂ ਨੇ ਆਉਣਾ। ਨੈਕਸਟ ਹੈ ਬੱਸ ਡਰਾਈਵਰਸ ਆਈਟਨਰੀ, ਤਾਂ ਬਹੁਤ ਹੀ ਈਜ਼ੀ ਹੈ, ਜਿਸ ਦੇ ਵਿੱਚ ਉਹਨਾਂ ਨੂੰ ਪਿਕਅਪ ਪੁਆਇੰਟ, ਕਿਹੜੇ ਪੁਆਇੰਟ ਤੋਂ, ਕਿਹੜੇ ਹੋਟਲ ਤੋਂ, ਕਿਹੜੇ ਏਅਰਪੋਰਟ ਤੋਂ, ਕਿਹੜੇ ਰੇਲਵੇ ਸਟੇਸ਼ਨ ਤੋਂ ਉਹਨਾਂ ਨੂੰ ਲੈ ਕੇ ਆਉਣਾ, ਜਿਹੜਾ ਉਹਨਾਂ ਦਾ ਬੱਸ ਦਾ ਡਰਾਈਵਰ ਹੈ, ਜਾਂ ਜਿਹੜਾ ਕੈਬ ਦਾ ਡਰਾਈਵਰ ਹੈ, ਜਿਹੜਾ ਕਾਰ ਦਾ ਡਰਾਈਵਰ ਹੈ। ਟਰਨ ਅਰਾਊਂਡ ਪੁਆਇੰਟਸ, ਕਿੱਥੋਂ ਉਹਨਾਂ ਨੇ ਮੁੜਨਾ ਹੈ, ਕਿੱਥੇ ਕਿੰਨੀ ਦੇਰ ਲਈ ਰੁਕਣਾ ਹੈ, ਰੂਟ ਦਾ ਨਕਸ਼ਾ ਕੀ ਹੈ, ਰੂਟ ਮੈਪ ਕੀ ਹੈ। ਡਰੋਪ ਆਫ ਪੁਆਇੰਟਸ, ਉਹਨਾਂ ਨੂੰ ਕਿੱਥੇ ਉਤਾਰਨਾ ਹੈ ਤਾਂ ਕਿ ਉਹ ਅੱਗੇ ਜਾ ਸਕਣ, ਥੋੜ੍ਹਾ ਜਿਹਾ ਤੁਰਨ ਵਾਲਾ ਰਸਤਾ ਹੈ ਤਾਂ ਉੱਥੇ ਤੁਰ ਕੇ ਜਾ ਸਕਣ, ਜੇ ਅੰਦਰ ਬੱਸ ਜਾਂ ਗੱਡੀ ਅਲਾਊਡ ਨਹੀਂ ਹੈ ਅਜਿਹੀਆਂ ਥਾਵਾਂ 'ਤੇ। ਸਾਈਟ ਸੀਇੰਗ ਪੁਆਇੰਟਸ, ਕਿਹੜੀਆਂ ਕਿਹੜੀਆਂ ਥਾਵਾਂ 'ਤੇ ਉਹਨਾਂ ਨੂੰ ਘੁਮਾਉਣ ਦਰਸ਼ਨ ਦੇ ਲਈ ਲੈ ਕੇ ਜਾਣਾ ਹੈ ਅਤੇ ਕਿੰਨੇ ਟਾਈਮ ਲਈ ਉੱਥੇ ਰੁਕਣਾ ਹੈ, ਸ਼ੈਡਿਊਲ ਕੀ ਹੈ ਉਹਦਾ। ਗਿਵ ਦੈਮ ਬੈਟਰ ਅੰਡਰਸਟੈਂਡਿੰਗ ਆਫ ਹਿਸ ਜੋਬ, ਇਹਦੇ ਨਾਲ ਡਰਾਈਵਰ ਵੀ ਆਪਣੀ ਪੂਰੀ ਜੋਬ ਨੂੰ ਚੰਗੀ ਤਰ੍ਹਾਂ ਸਮਝ ਸਕਦਾ ਕਿ ਮੈਂ ਪੂਰਾ ਜਿਹੜਾ ਹੈ ਟਾਈਮ ਟੇਬਲ ਉਸਨੂੰ ਤਿਆਰ ਕਰਕੇ ਦੇ ਦਿੱਤਾ ਜਾਂਦਾ ਹੈ, ਤਾਂ ਕਿ ਸੈਲਾਨੀਆਂ ਨੂੰ ਸਹੀ ਸਮੇਂ 'ਤੇ ਪਿਕ ਕੀਤਾ ਜਾ ਸਕੇ, ਉਹਨਾਂ ਨੂੰ ਡਰੋਪ ਕੀਤਾ ਜਾ ਸਕੇ, ਉਹਨਾਂ ਨੂੰ ਸਹੀ ਸਮੇਂ ਸਿਰ ਉਹਨਾਂ ਨੂੰ ਪੂਰਾ ਦ੍ਰਿਸ਼ ਦਰਸ਼ਨ ਲਈ, ਸਾਈਟ ਸੀਇੰਗ ਲਈ ਲੈ ਕੇ ਜਾਇਆ ਜਾ ਸਕੇ, ਅਤੇ ਇਸ ਨੂੰ ਅਸੀਂ ਬੱਸ ਡਰਾਈਵਰਸ ਆਈਟਨਰੀ ਵੀ ਕਹਿੰਦੇ ਹਾਂ। ਉਸ ਤੋਂ ਬਾਅਦ ਜਿਹੜੀ ਟੂਰ ਐਸਕੋਰਟਸ ਆਈਟਨਰੀ ਹੁੰਦੀ ਹੈ, ਜਿਹੜੀ ਇਹ ਟੂਰ ਐਸਕੋਰਟ ਹੈ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਇੱਕ ਟੂਰ ਮੈਨੇਜਰਸ ਦੀ ਤਰ੍ਹਾਂ ਨਾਲ ਸਿਮਿਲਰ ਇੱਕ ਤਰੀਕੇ ਨਾਲ ਇੱਕੋ ਜਿਹੀ ਆਈਟਨਰੀ ਹੁੰਦੀ, ਬਟ ਇਹਦੇ ਵਿੱਚ ਥੋੜ੍ਹੀਆਂ ਘੱਟ ਡਿਟੇਲਸ ਹੁੰਦੀਆਂ ਨੇ, ਕਿਉਂਕਿ ਟੂਰ ਮੈਨੇਜਰ ਨੇ ਕਿਹਾ ਕਿ ਸਾਰੀਆਂ ਚੀਜ਼ਾਂ ਉੱਪਰੋਂ ਚੰਗੀ ਤਰ੍ਹਾਂ ਦੇਖਣੀਆਂ ਨੇ ਕਿ ਕੋਈ ਪ੍ਰੋਬਲਮ ਤਾਂ ਨਹੀਂ ਆ ਰਹੀ ਪੂਰੇ ਟੂਰ ਦੌਰਾਨ ਗੈਸਟ ਨੂੰ, ਜਿਹੜਾ ਟੂਰਿਸਟ ਹੈ ਉਸ ਨੂੰ, ਸੈਲਾਨੀਆਂ ਨੂੰ। ਤਾਂ ਇਸ ਦੇ ਵਿੱਚ ਜਿਹੜਾ ਐਸਕੋਰਟ ਹੋਏਗਾ ਉਸਨੇ ਤਾਂ ਪੂਰੇ ਦਿਨ ਰਹਿਣਾ ਹੀ ਹੈ ਉਹਨਾਂ ਦੇ ਨਾਲ, ਤਾਂ ਉਸਦੇ ਕੋਲ ਵੀ ਡਿਟੇਲ ਹੋਏਗੀ ਡਿਟੇਲ ਵਾਲੀ ਆਈਟਨਰੀ, ਬਟ ਉਨੀ ਡਿਟੇਲ ਦੇ ਵਿੱਚ ਨਹੀਂ ਹੋਏਗੀ ਜੋ ਕਿ ਇੱਕ ਟੂਰ ਮੈਨੇਜਰਸ ਦੀ ਆਈਟਨਰੀ ਦੇ ਵਿੱਚ ਹੁੰਦੀ। ਇਹਦੇ ਵਿੱਚ ਵੀ ਸਾਰੀਆਂ ਚੀਜ਼ਾਂ ਹੋਣਗੀਆਂ ਕਿ ਕਿਹੜੀ ਸਾਈਟ ਸੀਇੰਗ ਪਲੇਸਿਸ ਕਵਰਡ ਨੇ, ਕਿਹੜੇ ਹੋਟਲ ਦੇ ਵਿੱਚ ਉਹ ਸਟੇ ਕਰ ਰਿਹਾ ਹੈ, ਉਹਨਾਂ ਨੂੰ ਕਿਹੜੇ ਟਾਈਮ 'ਤੇ ਪਿਕ ਕਰਨਾ ਹੈ, ਉਹਨਾਂ ਨੂੰ ਕਿੱਥੇ ਕਿੱਥੇ ਲੈ ਕੇ ਜਾਣਾ ਹੈ, ਉਹਨਾਂ ਨੂੰ ਕਿਹੜੀ ਮਾਰਕੀਟਸ ਦੇ ਵਿੱਚ ਸ਼ਾਪਿੰਗ ਦੇ ਲਈ ਲੈ ਕੇ ਜਾਣਾ ਹੈ, ਉਹਨਾਂ ਨੂੰ ਟੂਰ ਗਾਈਡ ਦੀ ਲੋੜ ਹੈ ਜਾਂ ਨਹੀਂ ਹੈ, ਜਾਂ ਉਹਨਾਂ ਦੀ ਕੋਈ ਸਪੈਸ਼ਲ ਰਿਕੁਆਇਰਮੈਂਟ ਹੈ ਜਾਂ ਨਹੀਂ ਹੈ, ਅਤੇ ਉਹਨਾਂ ਦਾ ਏਜ ਗਰੁੱਪ ਕੀ, ਜਿਵੇਂ ਤੁਸੀਂ ਫੋਟੋ ਦੇ ਵਿੱਚ ਦੇਖ ਪਾ ਰਹੇ ਹੋ ਕਿ ਅਲੱਗ-ਅਲੱਗ ਏਜ ਗਰੁੱਪ ਦੇ ਸੈਲਾਨੀ ਹੋ ਸਕਦੇ, ਕੋਈ 30 ਸਾਲ ਦਾ ਹੋ ਸਕਦਾ, ਕੋਈ 40 ਸਾਲ ਦਾ, ਕੋਈ 25 ਸਾਲ ਦਾ, ਕੋਈ 18 ਸਾਲ ਦਾ, ਅਤੇ ਅਲੱਗ-ਅਲੱਗ ਏਜ ਦੇ ਗਰੁੱਪ ਹੋ ਸਕਦੇ। ਤਾਂ ਇਹਦੇ ਵਿੱਚ ਟੂਰ ਐਸਕੋਰਟ ਨੂੰ ਬਹੁਤ ਸਾਰੀਆਂ ਚੀਜ਼ਾਂ ਦਾ ਖਿਆਲ ਰੱਖਣਾ ਪੈਂਦਾ ਕਿ ਤਾਂ ਕਿ ਜਿਹੜਾ ਟੂਰਿਸਟ ਹੈ ਉਸਨੂੰ ਕੋਈ ਪ੍ਰੋਬਲਮ ਨਾ ਆਵੇ ਟੂਰ ਦੇ ਦੌਰਾਨ, ਪੂਰਾ ਦਿਨ ਉਹਨਾਂ ਦੇ ਨਾਲ ਰਹਿੰਦਾ, ਉਹਨਾਂ ਦੇ ਟੂਰ ਨੂੰ ਐਸਕੋਰਟ ਕਰਦਾ ਹੈ ਬੇਸਿਕਲੀ।
ਉਸ ਤੋਂ ਬਾਅਦ ਅਗਲੀਆਂ ਜਿਹੜੀਆਂ ਗੱਲਾਂ ਨੇ, ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ ਸ਼ੁਰੂਆਤ ਦੇ ਵਿੱਚ, ਅਸੀਂ ਉਹ ਚੀਜ਼ਾਂ ਦਾ ਵੀ ਧਿਆਨ ਰੱਖਾਂਗੇ ਕਿ ਆਈਟਨਰੀ ਨੂੰ ਤਿਆਰ ਕਿਵੇਂ ਕਰਨਾ ਹੈ, ਉਹ ਕਿਹੜੀਆਂ ਜਾਣਕਾਰੀ ਸਾਡੇ ਕੋਲ ਹੋਣੀਆਂ ਚਾਹੀਦੀਆਂ ਨੇ ਤਾਂ ਕਿ ਅਸੀਂ ਇੱਕ ਵਧੀਆ ਆਈਟਨਰੀ ਤਿਆਰ ਕਰ ਸਕੀਏ। ਜਿਵੇਂ ਕਿ ਤੁਸੀਂ ਪਿਕਚਰਸ ਦੇਖ ਪਾ ਰਹੇ ਹੋ, ਇੱਕ ਹੋਟਲ ਦਾ ਪਿਕਚਰ ਬਣਿਆ ਹੋਇਆ, ਇੱਕ ਕਾਪੀ, ਇੱਕ ਕੈਲੰਡਰ ਟਾਈਪ, ਕੁਛ ਪੈਨ ਉਸ ਤਰੀਕੇ ਦਾ ਬਣਿਆ ਹੋਇਆ, ਅਤੇ ਯਾਤਾਯਾਤ ਦੇ ਕੁਛ ਸਾਧਨ ਸ਼ੋਅ ਕਰ ਰਿਹਾ। ਅਤੇ ਇਹਦੇ ਨਾਲ ਸਾਨੂੰ ਇਹ ਪਤਾ ਲੱਗ ਜਾਂਦਾ ਕਿ ਸਾਨੂੰ ਇੱਕ ਹੋਟਲ ਬਾਰੇ ਵੀ ਜਾਣਕਾਰੀ ਚਾਹੀਦੀ ਹੈ, ਯਾਤਾਯਾਤ ਦੇ ਸਾਧਨਾਂ ਬਾਰੇ ਵੀ ਚਾਹੀਦੀ, ਅਤੇ ਇੱਕ ਜਿਹੜਾ ਬਜਟ ਹੁੰਦਾ ਹੈ ਟੂਰਿਸਟ ਦਾ ਸਲਾਨੇ ਦਾ, ਉਹ ਕਿੰਨੇ ਪੈਸੇ ਖਰਚ ਕਰਨਾ ਚਾਹੁੰਦਾ ਹੈ ਘੁੰਮਣ ਫਿਰਨ ਦੇ ਲਈ, ਉਹਦੇ ਬਜਟ ਦੇ ਅਕੋਰਡਿੰਗ ਅਸੀਂ ਤਿਆਰ ਕਰਕੇ ਆਈਟਨਰੀ ਦੇਵਾਂਗੇ। ਅਤੇ ਜਿਹੜਾ ਇਹਦੇ ਵਿੱਚ ਕਿਹੜੀ ਇਨਫੋਰਮੇਸ਼ਨ ਦੀ ਲੋੜ ਪੈਂਦੀ ਸਾਨੂੰ ਆਈਟਨਰੀ ਨੂੰ ਤਿਆਰ ਕਰਨ ਦੇ ਲਈ, ਇਸ ਦੇ ਵਿੱਚ ਸਾਨੂੰ ਲੋੜ ਪੈਂਦੀ ਹੈ ਅਪਰੋਕਸੀਮੇਟ ਡੇਟਸ ਔਫ ਮੰਥਸ ਆਫ ਟਰੈਵਲ, ਕਿ ਲਗਭਗ ਉਹ ਕਿਹੜੇ ਮਹੀਨੇ ਅਤੇ ਕਿਹੜੀ ਤਰੀਕ ਨੂੰ ਜਿਹੜਾ ਹੈ ਮਤਲਬ ਯਾਤਰਾ ਕਰਨਾ ਚਾਹੁੰਦਾ ਹੈ, ਘੁੰਮਣ ਫਿਰਨ ਲਈ ਆਉਣਾ ਚਾਹੁੰਦਾ। ਕਿਉਂਕਿ ਜੇ ਸਾਡੇ ਕੋਲ ਡੇਟ ਜਾਂ ਮੰਥ ਨਹੀਂ ਹੋਏਗਾ, ਫਿਰ ਉਹਦੇ ਨਾਲ ਕੀ ਹੋਏਗਾ, ਅਸੀਂ ਕੋਈ ਵੀ ਬੁਕਿੰਗ ਤਿਆਰ ਨਹੀਂ ਕਰ ਪਾਵਾਂਗੇ। ਕਿਉਂਕਿ ਅਸੀਂ ਏਅਰਲਾਈਨਸ ਦੀਆਂ ਟਿਕਟਾਂ ਵੀ ਚੈੱਕ ਕਰਨੀਆਂ ਨੇ, ਟ੍ਰੇਨ ਦੀਆਂ ਟਿਕਟਾਂ ਵੀ ਚੈੱਕ ਕਰਨੀਆਂ ਨੇ, ਹੋਟਲ ਦੇ ਕਮਰੇ ਵੀ ਬੁੱਕ ਕਰਨੇ ਨੇ, ਤਾਂ ਸਾਨੂੰ ਇੱਕ ਤਰੀਕ ਅਤੇ ਮਹੀਨੇ ਦੀ ਲੋੜ ਪੈਂਦੀ ਤਾਂ ਕਿ ਅਸੀਂ ਉਸ ਟਾਈਮ ਦਾ ਕਿਰਾਇਆ ਚੈੱਕ ਕਰ ਸਕੀਏ। ਫਿਰ ਕਿੰਨੇ ਯਾਤਰੀ ਸਫ਼ਰ ਕਰ ਰਹੇ ਨੇ, ਟੋਟਲ ਨੰਬਰ ਆਫ ਪੈਕਸ ਮਤਲਬ ਪਰਸਨਸ ਅਪਰੋਕਸੀਮੇਟਲੀ ਕਿੰਨੇ ਯਾਤਰੀ ਇਕੱਠੇ ਉਹਦੇ ਅਕੋਰਡਿੰਗ ਅਸੀਂ ਹੋਟਲ ਦਾ ਕਮਰਾ ਬੁੱਕ ਕਰਾਂਗੇ, ਯਾਤਾਯਾਤ ਦੇ ਸਾਧਨ ਬੁੱਕ ਕਰਾਂਗੇ। ਨੈਕਸਟ ਇਜ਼ ਮੋਡ ਆਫ ਟਰਾਂਸਪੋਰਟੇਸ਼ਨ, ਕਿਹੜਾ ਮੋਡ ਚਾਹੀਦਾ, ਉਸਨੇ ਇੱਕ ਕਰੂਜ਼ ਸ਼ਿਪ ਦੇ ਵਿੱਚ ਯਾਤਰਾ ਕਰਨੀ ਹੈ, ਇੱਕ ਹਵਾਈ ਜਹਾਜ਼ ਦੇ ਵਿੱਚ ਯਾਤਰਾ ਕਰਨੀ, ਉਸਦੇ ਬਜਟ ਦੇ ਅਕੋਰਡਿੰਗ ਅਸੀਂ ਇਹ ਬਾਏ ਬੱਸ ਜਾਣਾ ਚਾਹੁੰਦਾ, ਬਾਏ ਟ੍ਰੇਨ ਜਾਣਾ ਚਾਹੁੰਦਾ, ਬਾਏ ਕਾਰ ਜਾਣਾ ਚਾਹੁੰਦਾ ਹੈ, ਤਾਂ ਕਿਹੜੇ ਮੋਡ ਨੂੰ, ਯਾਤਾਯਾਤ ਦੇ ਕਿਹੜੇ ਸਾਧਨ ਨੂੰ ਮਤਲਬ ਉਸਨੂੰ ਸੈਲਾਨੀ ਨੂੰ ਚਾਹੀਦਾ ਹੈ। ਉਸ ਤੋਂ ਬਾਅਦ ਕਲਾਸ ਆਫ ਅਕੋਮੋਡੇਸ਼ਨ, ਜਿਵੇਂ ਕਿ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਕਿ ਉਸਨੂੰ ਕਿਸ ਤਰੀਕੇ ਦਾ ਹੋਟਲ ਚਾਹੀਦਾ। ਇੱਕ ਸਰਾਂ ਦੇ ਵਿੱਚ ਰਹਿਣਾ ਪਸੰਦ ਕਰਦਾ ਹੈ, ਕਿਵੇਂ ਕਿਤੇ ਕਈ 5 ਸਟਾਰ ਹੋਟਲ ਨਹੀਂ ਹੋਏਗਾ, ਜਿਵੇਂ ਕਿ ਇੱਕ ਕੋਈ ਤੀਰਥ ਯਾਤਰਾ ਵਾਲਾ ਸਥਾਨ ਹੈ, ਉੱਥੇ 2 ਸਟਾਰ 3 ਸਟਾਰ ਹੋਟਲ ਹੀ ਹੋ ਸਕਦਾ ਹੈ। ਇਹ ਕੋਈ ਪਿੰਡ ਹੈ, ਉੱਥੇ ਦਾ ਕੋਈ ਹੋਟਲ ਹੋਏਗਾ ਹੀ ਨਹੀਂ, ਉੱਥੇ ਕੋਈ ਸਰਾਵਾਂ ਹੋਣਗੀਆਂ, ਕੋਈ ਗੈਸਟ ਹਾਊਸ ਹੋਏਗਾ, ਇੱਦਾਂ ਹੋਣਗੇ। ਅਤੇ ਇਸ ਨੂੰ ਅਸੀਂ ਕਹਿੰਦੇ ਹਾਂ ਮੋਡ ਆਫ ਜਿਹੜਾ ਕਲਾਸ ਆਫ ਅਕੋਮੋਡੇਸ਼ਨ, ਕਿਹੜੀ ਕਲਾਸ ਆਫ ਅਕੋਮੋਡੇਸ਼ਨ ਦੇ ਵਿੱਚ ਉਸ ਦੇ ਬਜਟ ਦੇ ਅਕੋਰਡਿੰਗ ਵੀ ਅਸੀਂ ਜਿਹੜਾ ਹੈ ਟੂਰਿਸਟ ਦੇ ਬਜਟ ਦੇ ਅਕੋਰਡਿੰਗ ਵੀ ਕਿੰਨੇ ਪੈਸੇ ਉਹ ਖਰਚ ਕਰਨਾ ਚਾਹੁੰਦਾ, ਉਸ ਦੇ ਅਕੋਰਡਿੰਗ ਹੀ ਅਸੀਂ ਅਕੋਮੋਡੇਸ਼ਨ ਨੂੰ ਵੀ ਸਿਲੈਕਟ ਕਰਾਂਗੇ। ਜਿਹੜੀ ਠਹਿਰਨ ਵਾਲੀ ਥਾਂ, ਜਿਸ ਨੂੰ ਬੇਸਿਕਲੀ ਅਕੋਮੋਡੇਸ਼ਨ ਨੂੰ ਕਹਿੰਦੇ ਠਹਿਰਨ ਵਾਲੀ ਥਾਂ, ਜਿਹੜਾ ਕਿ ਤੁਸੀਂ ਪੜ੍ਹ ਵੀ ਚੁੱਕੇ ਹੋ ਕਿ ਆਪਾਂ 4 A's ਪੜ੍ਹੇ ਜਾਂ ਸੈਰ ਸਪਾਟੇ ਦੇ ਅੰਗ ਪੜ੍ਹੇ, ਜਿਸ ਦੇ ਵਿੱਚ ਪਹਿਲਾ ਹੁੰਦਾ ਹੈ ਅਟਰੈਕਸ਼ਨ, ਆਕਰਸ਼ਣ, ਦੂਜਾ ਹੁੰਦਾ ਅਕੋਮੋਡੇਸ਼ਨ, ਐਕਸੈਸਿਬਿਲਿਟੀ, ਯਾਤਾਯਾਤ ਦੇ ਸਾਧਨ, ਅਤੇ ਅਕੋਮੋਡੇਸ਼ਨ ਠਹਿਰਨ ਦੀ ਸਹੂਲਤਾਂ, ਐਮੈਨਿਟੀਜ਼ ਹੋਰ ਸਹੂਲਤਾਂ, ਅਤੇ ਇਹ ਤੁਸੀਂ ਪੜ੍ਹ ਚੁੱਕੇ ਹੋ ਪਹਿਲਾਂ ਵੀ। ਅਤੇ ਲੋਕਲ ਟਰਾਂਸਪੋਰਟੇਸ਼ਨ, ਜਿਹੜਾ ਉੱਥੇ ਦਾ ਲੋਕਲ ਸਾਨੂੰ ਯਾਤਾਯਾਤ ਦੇ ਸਾਧਨਾਂ ਦੀ ਲੋੜ ਪੈਂਦੀ, ਅਸੀਂ ਟੈਕਸੀ ਕਰਕੇ ਜਾਂਦੇ, ਅਸੀਂ ਰਿਕਸ਼ਾ ਕਰਕੇ ਜਾਂਦੇ, ਜਾਂ ਕੋਈ ਲੋਕਲ ਟਰਾਂਸਪੋਰਟੇਸ਼ਨ ਜਿਹੜਾ ਵੀ ਉੱਥੇ ਮੌਜੂਦ ਹੈ, ਅਤੇ ਉਹ ਲੋਕਲ ਟਰਾਂਸਪੋਰਟੇਸ਼ਨ ਦੀ ਲੋੜ ਸਾਨੂੰ ਜਿਹੜਾ ਹੈ ਇਸ ਦੇ ਵਿੱਚ ਪੈ ਸਕਦੀ ਹੈ। ਸਾਨੂੰ ਚੈੱਕ ਕਰਨਾ ਪੈ ਸਕਦਾ ਆਈਟਨਰੀ ਨੂੰ ਤਿਆਰ ਕਰਨ ਦੇ ਟਾਈਮ 'ਤੇ। ਅਤੇ ਬਜਟ ਆਫ ਕੋਰਸ ਸਾਰੀਆਂ ਚੀਜ਼ਾਂ ਤਾਂ ਬਜਟ 'ਤੇ ਨਿਰਭਰ ਕਰਦੀਆਂ ਨੇ ਕਿ ਕਲਾਇੰਟ ਕਿੰਨੇ ਪੈਸੇ ਖਰਚ ਕਰਨਾ ਚਾਹੁੰਦਾ ਹੈ, 20,000 30,000 40,000 1,80,000 ਕਿੰਨੇ ਪੈਸੇ, ਉਸਦਾ ਬਜਟ ਕੀ ਹੈ, ਉਹ ਕਿੰਨੇ ਪੈਸੇ ਖਰਚ ਕਰਕੇ ਟੂਰ 'ਤੇ ਘੁੰਮਣਾ ਚਾਹੁੰਦਾ ਹੈ। ਕਿਉਂਕਿ ਸਾਡੇ ਲਈ 10,000 ਵਾਲਾ ਵੀ ਕਸਟਮਰ ਇੰਪੋਰਟੈਂਟ ਹੈ, ਜਦ ਅਸੀਂ ਟਰੈਵਲ ਏਜੰਸੀ ਦੇ ਵਿੱਚ ਕੰਮ ਕਰਦੇ ਹਾਂ। ਸਾਡੇ ਲਈ 20,000 ਵਾਲਾ ਵੀ ਇੰਪੋਰਟੈਂਟ ਹੈ। ਤਾਂ ਅਸੀਂ ਹਰੇਕ ਕਸਟਮਰ ਦੀ ਜ਼ਰੂਰਤਾਂ ਦਾ ਖਿਆਲ ਰੱਖਣਾ ਹੈ, ਉਸਦੇ ਬਜਟ ਦੇ ਅਕੋਰਡਿੰਗ ਹੀ ਆਈਟਨਰੀ ਨੂੰ ਤਿਆਰ ਕਰਨਾ ਹੈ। ਐਕਸਟਰਾ ਸਰਵਿਸਿਜ਼, ਜਿਵੇਂ ਕਿ ਉਹਨੂੰ ਕੋਈ ਹੋਰ ਸਰਵਿਸਿਜ਼ ਚਾਹੀਦੀਆਂ ਨੇ ਠਹਿਰਨ ਦੀ ਸਹੂਲਤਾਂ ਤੋਂ ਇਲਾਵਾ, ਯਾਤਾਯਾਤ ਦੀ ਸਹੂਲਤਾਂ ਤੋਂ ਇਲਾਵਾ, ਜਾਂ ਹੋਰ ਕੋਈ ਮਤਲਬ ਇਸ ਤੋਂ ਇਲਾਵਾ ਖਾਣ ਪੀਣ ਦੀਆਂ ਸਹੂਲਤਾਂ ਤੋਂ ਇਲਾਵਾ ਐਕਸਟਰਾ ਸਰਵਿਸ, ਜਿਵੇਂ ਕਿ ਗਾਈਡ ਸੁਵਿਧਾਵਾਂ ਚਾਹੀਦੀਆਂ ਨੇ, ਜਾਂ ਕੁਛ ਹੋਰ ਚੀਜ਼ਾਂ ਜਿਵੇਂ ਕਿ ਵੀਲ ਚੇਅਰ ਦੀ ਸੁਵਿਧਾ, ਜਾਂ ਖਾਣ ਪੀਣ ਦੇ ਵਿੱਚ ਉਹਦੀਆਂ ਕੁਛ ਹੋਰ ਰਿਕੁਆਇਰਮੈਂਟਸ ਨੇ ਕਿ ਮੈਨੂੰ ਜਿਵੇਂ ਕਿ ਮੈਨੂੰ ਮਤਲਬ ਘੱਟ ਨਮਕ ਵਾਲਾ ਖਾਣਾ ਚਾਹੀਦਾ, ਘੱਟ ਸਪਾਈਸੀ ਚਾਹੀਦਾ ਹੈ, ਜਾਂ ਮੈਨੂੰ ਸਪੈਸ਼ਲ ਕਿਸੇ ਮਾਰਕੀਟ ਦੇ ਵਿੱਚ ਸ਼ਾਪਿੰਗ ਕਰਨ ਦੇ ਲਈ ਜਾਣਾ ਹੈ, ਮੈਨੂੰ ਕੋਈ ਸੈਮੀਨਾਰ ਅਟੈਂਡ ਕਰਨਾ ਹੈ, ਜਾਂ ਮੈਨੂੰ ਕੋਈ ਵਧੀਆ ਇੱਥੇ ਕੋਈ ਸ਼ੋਅ ਜਾਂ ਕੋਈ ਇੱਦਾਂ ਦਾ ਮੇਲਾ ਲੱਗਿਆ ਹੋਇਆ, ਮੈਨੂੰ ਉਹ ਦੇਖਣ ਜਾਣਾ ਹੈ। ਤਾਂ ਐਕਸਟਰਾ ਸਰਵਿਸਿਜ਼ ਜੋ ਵੀ ਡਿਮਾਂਡ ਹੈ ਉਹਨਾਂ ਦੀ ਸਾਰੀਆਂ ਪੂਰੀਆਂ ਕੀਤੀਆਂ ਜਾਣਗੀਆਂ ਟਰੈਵਲ ਏਜੰਸੀ ਦੀ ਆਈਟਨਰੀ ਵੱਲੋਂ। ਜਦ ਅਸੀਂ ਆਈਟਨਰੀ ਤਿਆਰ ਕਰਨੀ ਹੈ ਤਾਂ ਅਸੀਂ ਪੁੱਛਦੇ ਹਾਂ, ਇਜ਼ ਦੇयर ਐਨੀਥਿੰਗ ਐਲਸ ਆਈ ਕੈਨ ਅਸਿਸਟ ਯੂ ਵਿਦ। ਮਤਲਬ ਜਦ ਅਸੀਂ ਆਈਟਨਰੀ ਤਿਆਰ ਕਰਦੇ ਹਾਂ ਤਾਂ ਮਤਲਬ ਅਸੀਂ ਪੁੱਛਦੇ ਹਾਂ ਕਲਾਇੰਟ ਨੂੰ, ਆਪਣੇ ਟੂਰਿਸਟ ਨੂੰ, ਕਿ ਤੁਹਾਨੂੰ ਕਿਸੇ ਹੋਰ ਚੀਜ਼ ਦੀ ਵੀ ਲੋੜ ਹੈ ਜਾਂ ਤੁਹਾਨੂੰ ਹੋਰ ਕਿਸੇ ਸਰਵਿਸਿਜ਼ ਦੀ ਲੋੜ ਹੈ, ਤਾਂ ਕਿ ਮੈਂ ਤੁਹਾਡੀ ਆਈਟਨਰੀ ਫਾਈਨਲ ਤਿਆਰ ਕਰਕੇ ਤੁਹਾਨੂੰ ਭੇਜ ਸਕਾਂ। ਅਤੇ ਇਹ ਸਾਰੀਆਂ ਚੀਜ਼ਾਂ ਜਿਹੜੀ ਸਾਨੂੰ ਜਾਣਕਾਰੀ ਦੀ ਲੋੜ ਪੈਂਦੀ ਹੈ ਆਈਟਨਰੀ ਤਿਆਰ ਕਰਨ ਦੇ ਟਾਈਮ 'ਤੇ। ਉਸ ਤੋਂ ਬਾਅਦ ਉਹ ਕਿਹੜੇ ਸਰੋਤ ਹੁੰਦੇ ਨੇ ਜਿਸ ਦੀ ਮਦਦ ਦੇ ਨਾਲ ਅਸੀਂ ਆਈਟਨਰੀ ਤਿਆਰ ਕਰਦੇ ਹਾਂ। ਸਭ ਤੋਂ ਪਹਿਲਾਂ ਟਾਈਮ ਟੇਬਲ, ਏਅਰਲਾਈਨਸ ਦੇ ਟਾਈਮ ਟੇਬਲ ਹੋ ਗਏ, ਰੇਲਵੇ ਦੇ ਟਾਈਮ ਟੇਬਲ ਹੋ ਗਏ, ਸਾਰਾ ਕੁਝ ਤੁਸੀਂ ਨੈੱਟ 'ਤੇ ਜਾ ਕੇ ਚੈੱਕ ਕਰ ਸਕਦੇ ਹੋ। ਜਦ ਵੀ ਤੁਸੀਂ ਟਿਕਟ ਬੁੱਕ ਕਰੋਗੇ ਏਅਰਲਾਈਨਸ ਦੀ ਜਾਂ ਰੇਲਵੇ ਦੀਆਂ ਜਾਂ ਬੱਸ 'ਤੇ ਬਹੁਤ ਸਾਰੀਆਂ ਸਾਈਟਸ ਨੇ, ਰੈਡ ਬੱਸ .in ਜਾਂ ਬਹੁਤ ਸਾਰੀਆਂ ਇੱਦਾਂ ਦੀਆਂ ਸਾਈਟਸ ਨੇ
ਰੇਲਵੇ ਦੀ ਆਪਣੀ ਸਾਈਟ ਹੈ, 에ਅਰਲਾਈਨਸ ਦੀ ਆਪਣੀ ਸਾਈਟ ਹੈ, ਜਿਵੇਂ ਕਿ ਇੰਡੀਗੋ 에ਅਰਲਾਈਨਸ, ਵਿਸਤਾਰਾ 에ਅਰਲਾਈਨਸ, 에ਅਰ ਏਸ਼ੀਆ ਇੰਡੀਆ 에ਅਰਲਾਈਨਸ, ਉਹਦੇ ਵਿੱਚ ਤੁਹਾਨੂੰ ਸਾਰੀ ਜਾਣਕਾਰੀ ਮਿਲੀ ਜਾਏਗੀ। ਉਸ ਤੋਂ ਬਾਅਦ ਨਕਸ਼ਿਆਂ ਦੀ ਮਦਦ ਦੇ ਨਾਲ ਅਸੀਂ ਬਹੁਤ ਕੁਝ ਤਿਆਰ ਕਰ ਸਕਦੇ ਹਾਂ ਕਿ ਇਹ ਜਗ੍ਹਾ ਦੂਜੀ ਜਗ੍ਹਾ ਤੋਂ ਕਿੰਨੀ ਦੂਰ ਹੈ, ਜਾਂ ਕਿਸ ਤਰੀਕੇ ਨਾਲ ਉਹ ਜਗ੍ਹਾ ਕਿੱਥੇ ਹੈ, ਮਤਲਬ ਉਹਦੀ ਭੂਗੋਲਿਕ ਸਥਿਤੀ ਕਿੱਥੇ ਹੈ, ਉਸਨੂੰ ਅਸੀਂ ਨਕਸ਼ਿਆਂ ਦੀ ਮਦਦ ਦੇ ਨਾਲ ਸਮਝ ਸਕਦੇ ਹਾਂ। ਇੱਕ 에ਅਰਲਾਈਨਸ ਦੀ ਗਾਈਡ ਹੁੰਦੀ ਹੈ, ਆਫੀਸ਼ੀਅਲ 에ਅਰਲਾਈਨ ਗਾਈਡ ਇਸ ਨੂੰ ਅਸੀਂ ਕਹਿੰਦੇ ਸ਼ਾਰਟ ਦੇ ਵਿੱਚ, OAG, ਉਸ ਦੀ ਮਦਦ ਦੇ ਨਾਲ ਤੁਸੀਂ 에ਅਰਲਾਈਨਸ ਦੀ, ਜਿਵੇਂ ਕਿ ਕਿੰਨਾ ਸਮਾਨ ਇੱਕ ਲੈ ਕੇ ਜਾ ਸਕਦਾ ਹੈ ਜਿਹੜਾ ਟੂਰਿਸਟ ਹੈ, ਪੈਸੇਂਜਰ ਹੈ, ਉਸ ਦੇ ਵਿੱਚ ਤੁਸੀਂ ਟਾਈਮ ਟੇਬਲ ਦੇਖ ਸਕਦੇ ਹੋ। ਸਾਰੀ 에ਅਰਲਾਈਨਸ ਦੇ ਰਿਲੇਟਡ ਇਨਫੋਰਮੇਸ਼ਨ ਉਸ ਦੇ ਵਿੱਚ ਤੁਸੀਂ ਲੈ ਸਕਦੇ ਹੋ। ਬਰੋਸ਼ਰਸ ਐਂਡ ਟੈਰਿਫਸ ਆਫ ਦਾ ਹੋਟਲ, ਜਿਵੇਂ ਹੋਟਲ ਦੇ ਵਿੱਚ ਤੁਸੀਂ ਇੱਕ ਕਮਰਾ ਬੁੱਕ ਕਰਨਾ ਹੈ ਕਲਾਇੰਟ ਦਾ, ਟੂਰਿਸਟ ਦਾ, ਤਾਂ ਉਹਦੇ ਵਿੱਚ ਬਰੋਸ਼ਰਸ ਦੀ ਮਦਦ ਦੇ ਨਾਲ, ਟੈਰਿਫ ਦੀ ਮਦਦ ਦੇ ਨਾਲ, ਮਤਲਬ ਟੈਰਿਫ ਮਤਲਬ ਰੂਮ ਰੇਟ ਕਿੰਨਾ ਹੈ ਹੋਟਲ ਦੇ ਵਿੱਚ, ਕਿੰਨਾ ਕਿਰਾਇਆ ਹੈ ਇੱਕ ਕਮਰੇ ਦਾ, ਤਾਂ ਉਸ ਦੀ ਮਦਦ ਦੇ ਨਾਲ ਤੁਸੀਂ ਹੋਟਲ ਦੇ ਕਮਰੇ ਬੁੱਕ ਕਰਦੇ ਟਾਈਮ 'ਤੇ ਉਸ ਦੀ ਮਦਦ ਲੈ ਸਕਦੇ ਹੋ। ਗਵਰਨਮੈਂਟ ਟੂਰਿਸਟ ਆਫਿਸਿਸ ਤੋਂ ਤੁਸੀਂ ਉਸ ਜਗ੍ਹਾ ਦੇ ਉੱਪਰ ਪਰਟੀਕੂਲਰ, ਜਿਵੇਂ ਅਸੀਂ ਪੰਜਾਬ ਦੀ ਗੱਲ ਕਰੀਏ, ਦਿੱਲੀ ਦੀ ਗੱਲ ਕਰੀਏ, ਰਾਜਸਥਾਨ ਦੀ ਗੱਲ ਕਰੀਏ, ਤਾਂ ਉੱਥੇ ਦੇ ਟੂਰਿਸਟ ਆਫਿਸ ਜਿਹੜੇ ਕਿ ਸੈਲਾਨੀ ਸੂਚਨਾ ਕੇਂਦਰ ਹੁੰਦੇ ਹਨ, ਉੱਥੇ ਤੁਸੀਂ ਬਰੋਸ਼ਰ ਵਗੈਰਾ ਕਲੈਕਟ ਕਰ ਸਕਦੇ ਹੋ, ਉਹਨਾਂ ਤੋਂ ਕੋਈ ਮਟੀਰੀਅਲ ਕਲੈਕਟ ਕਰ ਸਕਦੇ ਹੋ। ਇਸ ਦੀ ਮਦਦ ਦੇ ਨਾਲ ਤੁਸੀਂ ਉਹਨਾਂ ਮਟੀਰੀਅਲਸ ਦੀ ਮਦਦ ਦੇ ਨਾਲ ਤੁਸੀਂ ਇੱਕ ਆਈਟਨਰੀ, ਵਧੀਆ ਆਈਟਨਰੀ ਤਿਆਰ ਕਰ ਸਕਦੇ ਹੋ। ਉਸ ਦੇ ਇਤਿਹਾਸ ਬਾਰੇ ਤੁਸੀਂ ਆਪਣੀ ਆਈਟਨਰੀ ਦੇ ਵਿੱਚ ਦੱਸ ਸਕਦੇ ਹੋ, ਤਾਂ ਕਿ ਤੁਸੀਂ ਇੱਕ ਵਧੀਆ ਇੰਟਰਸਟ ਕ੍ਰੀਏਟ ਕਰ ਸਕੋ ਟੂਰਿਸਟ ਦਾ ਆਪਣੀ ਆਈਟਨਰੀ ਦੇ ਵਿੱਚ। ਤੁਹਾਡੀ ਇੰਟਰਸਟਿੰਗ ਆਈਟਨਰੀ ਹੋਵੇ ਕਿ ਤੁਸੀਂ ਕਿਉਂ ਉਹ ਜਗ੍ਹਾ ਇੱਕ ਸੈਲਾਨੀ ਨੂੰ ਪੇਸ਼ ਕਰਨਾ ਚਾਹੁੰਦੇ ਹੋ। ਜਿਵੇਂ ਕੋਈ ਜਗ੍ਹਾ ਹੈ ਜਿੱਥੇ ਸੈਲਾਨੀ ਨਹੀਂ ਘੁੰਮਣਾ ਚਾਹੁੰਦਾ, ਬਟ ਤੁਸੀਂ ਚਾਹੁੰਦੇ ਹੋ ਕਿ ਉਸ ਜਗ੍ਹਾ 'ਤੇ ਜਾਏ ਸੈਲਾਨੀ, ਤਾਂ ਤੁਸੀਂ ਇੱਕ ਵਧੀਆ ਆਈਟਨਰੀ ਤਿਆਰ ਕਰ ਸਕਦੇ ਹੋ ਇੱਦਾਂ ਦੇ ਟੂਰ ਬਰੋਸ਼ਰਸ ਦੀ ਮਦਦ ਦੇ ਨਾਲ। ਬਾਕੀ ਇੰਟਰਨੈੱਟ 'ਤੇ ਤਾਂ ਸਾਰਾ ਕੁਝ ਮੌਜੂਦ ਹੈ, ਇੰਟਰਨੈੱਟ ਤੋਂ ਵੀ ਬਹੁਤ ਸਾਰੀਆਂ ਚੀਜ਼ਾਂ ਦੀ ਮਦਦ ਲੈ ਕੇ ਇੱਦਾਂ ਦੇ ਬਹੁਤ ਸਾਰੇ ਪੇਜਸ ਨੇ ਜੋ ਕਿ ਸਾਨੂੰ ਉਸ ਜਗ੍ਹਾ ਬਾਰੇ ਦੱਸਦੇ ਆ। ਇੰਟਰਨੈੱਟ ਦੀ ਮਦਦ ਦੇ ਨਾਲ ਵੀ ਕਰ ਸਕਦੇ ਹੋ। ਟਰੈਵਲ ਗਾਈਡ ਬੁੱਕਸ ਹੁੰਦੀਆਂ ਨੇ, ਜਿਵੇਂ ਕਿ ਲੋਨਲੀ ਪਲੈਨਟ, ਇੱਦਾਂ ਹੀ ਬਹੁਤ ਸਾਰੀਆਂ ਟਰੈਵਲ ਗਾਈਡ ਬੁੱਕਸ ਹੋ ਸਕਦੀਆਂ ਜਿਹਦੀ ਮਦਦ ਦੇ ਨਾਲ, ਅਤੇ ਇੰਟਰਨੈੱਟ ਦਾ ਇੱਕ ਬਹੁਤ ਹੀ ਬੜਾ ਸਰੋਤ ਹੈ ਜਿਸ ਦੀ ਮਦਦ ਦੇ ਨਾਲ ਤੁਸੀਂ ਵਧੀਆ ਇੱਕ ਟੂਰ ਆਈਟਨਰੀ, ਟਰੈਵਲ ਆਈਟਨਰੀ ਤਿਆਰ ਕਰ ਸਕਦੇ ਹੋ। ਅਤੇ ਇਹ ਉਹ ਸਰੋਤ ਅਸੀਂ ਦੱਸੇ ਹਾਂ ਜਿਸ ਦੀ ਮਦਦ ਦੇ ਨਾਲ ਅਸੀਂ ਜਿਹੜਾ ਹੈ ਆਪਣੀ ਟਰੈਵਲ ਆਈਟਨਰੀ ਨੂੰ ਤਿਆਰ ਕਰ ਸਕਦੇ ਹਾਂ। ਉਸ ਤੋਂ ਬਾਅਦ ਇਹ ਬਹੁਤ ਈਜ਼ੀ ਹੈ ਕਿ ਉਹ ਕਿਹੜੀਆਂ ਗੱਲਾਂ ਦਾ ਅਸੀਂ ਖਿਆਲ ਰੱਖਣਾ ਆਈਟਨਰੀ ਨੂੰ ਤਿਆਰ ਕਰਨ ਦੇ ਟਾਈਮ 'ਤੇ। ਰੂਟ ਮੈਪ ਐਂਡ ਰਾਊਟਿੰਗ ਦਾ ਆਈਟਨਰੀ, ਕਿ ਰੂਟ ਮੈਪ ਦਾ ਅਸੀਂ ਜਿਹੜਾ ਰੂਟ ਤਿਆਰ ਕਰਨਾ ਆਈਟਨਰੀ ਤੋਂ ਅਸੀਂ ਖਾਸ ਖਿਆਲ ਰੱਖਣਾ ਕਿ ਉਹਦਾ ਮਤਲਬ ਦੁਬਾਰਾ ਤੋਂ ਉਸੇ ਜਗ੍ਹਾ 'ਤੇ ਘੁੰਮ ਕੇ ਸੈਲਾਨੀ ਨਾ ਆ ਜਾਏ, ਤਾਂ ਕਿ ਅਸੀਂ ਟਾਈਮ ਨੂੰ ਬਚਾ ਸਕੀਏ ਸੈਲਾਨੀ ਦੀ। ਤਾਂ ਰੂਟ ਮੈਪ ਨੂੰ ਖਾਸ ਚੰਗੇ ਤਰੀਕੇ ਨਾਲ ਧਿਆਨ ਦੇ ਵਿੱਚ ਰੱਖ ਕੇ ਤਿਆਰ ਕਰਨਾ ਕਿ ਬਾਰ-ਬਾਰ ਉਸੇ ਇੱਕ ਪੁਆਇੰਟ 'ਤੇ ਘੁੰਮ ਕੇ ਨਾ ਆ ਜਾਏ, ਕਿਉਂਕਿ ਅਦਰਵਾਈਜ਼ ਫਿਰ ਕਲਾਇੰਟ ਦਾ ਟਾਈਮ ਵੇਸਟ ਹੋਏਗਾ। ਫਿਰ ਪੇਸਿੰਗ ਆਫ ਦਾ ਆਈਟਨਰੀ, ਉਹਦੀ ਸਪੀਡ ਇੰਨੀ ਨਹੀਂ ਜ਼ਿਆਦਾ ਹੋਣੀ ਚਾਹੀਦੀ ਫਟਾਫਟ ਤੁਸੀਂ ਇੱਕ ਦਿਨ ਦੇ ਵਿੱਚ ਸਾਰਾ ਕੁਝ ਕਵਰ ਕਰਾਤਾ, ਬਾਕੀ ਦਿਨ ਤੁਸੀਂ ਫਿਰ ਕਲਾਇੰਟ ਥੱਕ ਗਿਆ, ਉਹਨੂੰ ਘੁੰਮਣ ਦਾ ਮਜ਼ਾ ਵੀ ਨਹੀਂ ਆਇਆ। ਤਾਂ ਪੇਸਿੰਗ ਆਫ ਦਾ ਆਈਟਨਰੀ ਜਿਹੜੀ ਹੈ, ਸਪੀਡ ਆਫ ਦਾ ਆਈਟਨਰੀ ਵੀ ਇੰਨੀ ਹੋਣੀ ਚਾਹੀਦੀ, ਜੇ ਇੱਕ ਦਿਨ ਦੇ ਵਿੱਚ 2 ਦਿਨ ਦੇ ਵਿੱਚ ਮਤਲਬ ਕਿੰਨੀਆਂ ਕੀ ਜਗ੍ਹਾ ਤੁਸੀਂ ਕਵਰ ਕਰਾਉਣਾ ਚਾਹੁੰਦੇ ਹੋ। ਬਾਕੀ ਏਜ 'ਤੇ ਵੀ ਨਿਰਭਰ ਕਰਦਾ, ਜੇ ਉਹ ਓਲਡ ਏਜ ਲੋਕ ਹੈ ਤਾਂ ਤੁਸੀਂ 1-2 ਜਗ੍ਹਾ ਹੀ ਕਵਰ ਕਰਾਓਗੇ, ਹੈ ਨਾ, 4-5 ਤਾਂ ਨਹੀਂ ਕਵਰ ਕਰਾ ਸਕਦੇ। ਜੋ ਯੰਗ ਲੋਕ ਹੈ ਤਾਂ ਤੁਸੀਂ 3-4-5-6 ਵੀ ਕਰਾ ਸਕਦੇ ਹੋ, ਉਹਨਾਂ ਦੇ ਇੰਟਰਸਟ 'ਤੇ ਹੈ। ਤਾਂ ਸਪੀਡ ਇੱਦਾਂ ਦੀ ਹੋਣੀ ਚਾਹੀਦੀ ਤਾਂ ਕਿ ਕਲਾਇੰਟ ਨੂੰ ਮਜ਼ਾ ਆਏ ਆਪਣੇ ਟੂਰ ਦੇ ਦੌਰਾਨ, ਉਹ ਥੱਕ ਨਾ ਜਾਏ। ਜੇ ਥੱਕ ਗਿਆ ਤਾਂ ਫਿਰ ਉਹਦੀ ਤਾਂ ਫਿਰ ਸੈਟਿਸਫੈਕਸ਼ਨ ਹੀ ਰਹੇਗਾ ਨਾ ਕਿ ਮੈਂ ਘੁੰਮ ਤਾਂ 5-7 ਜਗ੍ਹਾ ਲਿਆ, ਬਟ ਮੈਨੂੰ ਉਹ ਸੈਟਿਸਫੈਕਸ਼ਨ ਜੀ ਨਹੀਂ ਆਈ, ਇੱਕ ਟੂਰ ਦਾ ਆਨੰਦ ਜਾਂ ਨਹੀਂ ਆਇਆ। ਤਾਂ ਪੇਸਿੰਗ ਦਾ ਆਈਟਨਰੀ ਉਹ ਵੀ ਬਹੁਤ ਜ਼ਰੂਰੀ ਕਿ ਅਸੀਂ ਇੱਕ ਦਿਨ ਦੇ ਵਿੱਚ ਕਿੰਨੇ ਕਿਲੋਮੀਟਰ ਕਵਰ ਕਰਨੇ, ਕਿੰਨੀਆਂ ਥਾਵਾਂ ਨੂੰ ਕਵਰ ਕਰਨਾ, ਤਾਂ ਕਿ ਅਸੀਂ ਸਫ਼ਰ ਵੀ ਕਰਕੇ ਜਾ ਰਹੇ ਹਾਂ, ਫਿਰ ਉੱਥੇ ਸਾਈਟ ਸੀਇੰਗ ਦੇ ਲਈ ਵੀ ਚਲੇ ਗਏ, ਫਿਰ ਉਹ ਤਾਂ ਇੱਕ ਵਧੀਆ ਆਈਟਨਰੀ ਨਹੀਂ ਬਣ ਸਕਦੀ। ਫਿਰ ਉਸ ਤੋਂ ਬਾਅਦ ਇੰਟਰਸਟ ਆਫ ਦਾ ਟੂਰਿਸਟ ਕਿੱਦਾਂ ਦੀਆਂ ਜਗ੍ਹਾਵਾਂ 'ਤੇ ਘੁੰਮਣਾ ਪਸੰਦ ਕਰਦਾ। ਕਿਸੇ ਨੂੰ ਹੁੰਦਾ ਹੈ ਕਿ ਮੈਂ ਪੁਰਾਣੀਆਂ ਜਗ੍ਹਾ 'ਤੇ ਜਾਵਾਂ, ਹੈਰੀਟੇਜ ਕਲਚਰਲ ਪਲੇਸਿਸ 'ਤੇ ਜਾਵਾਂ, ਕਈਆਂ ਨੂੰ ਹੁੰਦਾ ਹੈ ਕਿ ਮੈਂ ਈਕੋ ਟੂਰਿਜ਼ਮ ਜਾਂ ਐਡਵੈਂਚਰ, ਸਾਹਸੀ ਖੇਡਾਂ ਵਾਲੀਆਂ ਥਾਵਾਂ 'ਤੇ ਜਾਵਾਂ, ਜਿਵੇਂ ਕਿ ਟਰੈਕਿੰਗ ਕਰਨ ਦੇ ਲਈ ਜਾਵਾਂ ਜਾਂ ਫਿਰ ਮੈਂ ਰਾਫਟਿੰਗ ਕਰਨ ਦੇ ਲਈ ਜਾਵਾਂ। ਅਤੇ ਇੰਟਰਸਟ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਜਿਵੇਂ ਕਿ ਲੋਕ ਹੁੰਦੇ ਹੈ, ਓਲਡ ਏਜ ਲੋਕ ਹੁੰਦੇ, ਉਹਨਾਂ ਨੂੰ ਹੁੰਦਾ ਹੈ ਕਿ ਅਸੀਂ ਕੁਛ ਸ਼ਾਂਤੀ ਵਾਲੀ ਜਗ੍ਹਾ 'ਤੇ ਜਾਂ ਕੁਛ ਤੀਰਥ ਯਾਤਰਾ ਵਾਲੀਆਂ ਥਾਵਾਂ 'ਤੇ ਜਾਣਾ। ਇੰਟਰਸਟ ਨੂੰ ਸਮਝਣਾ, ਉਹਨਾਂ ਦੀ ਦਿਲਚਸਪੀ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਆਈਟਨਰੀ ਤਿਆਰ ਕਰਨ ਦੇ ਟਾਈਮ। ਡਿਟੇਲਸ ਟੂ ਬੀ ਕੰਸੀਡਰਡ, ਅਦਰ ਕੋਈ ਵੀ ਡਿਟੇਲਸ ਹੋ ਸਕਦੀਆਂ ਜੋ ਕਿ ਤੁਸੀਂ ਟਰੈਵਲ ਆਈਟਨਰੀ ਬਣਾਉਣ ਤੋਂ ਪਹਿਲਾਂ ਕਲਾਇੰਟਸ ਤੋਂ ਲੈਂਦੇ ਹੋ, ਕਿ ਤੁਹਾਨੂੰ ਕਿੱਦਾਂ ਦਾ ਹੋਟਲ ਬੁੱਕ ਕਰਨਾ ਚਾਹੁੰਦੇ ਹੋ ਤੁਸੀਂ, ਜਾਂ ਕੋਈ ਹੋਰ ਸੁਵਿਧਾਵਾਂ ਤਾਂ ਨਹੀਂ ਤੁਹਾਨੂੰ ਚਾਹੀਦੀਆਂ ਨੇ, ਸਰਵਿਸਿਜ਼, ਰਾਈਟ। ਅਤੇ ਇੱਦਾਂ ਦੀਆਂ ਚੀਜ਼ਾਂ ਦਾ, ਬਹੁਤ ਸਾਰੀਆਂ ਚੀਜ਼ਾਂ ਦਾ ਅਸੀਂ ਡਿਟੇਲਸ ਦਾ ਵੀ ਧਿਆਨ ਰੱਖਦੇ ਹਾਂ ਆਈਟਨਰੀ ਨੂੰ ਤਿਆਰ ਕਰਨ ਦੇ ਟਾਈਮ 'ਤੇ। ਉਸ ਤੋਂ ਬਾਅਦ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ, ਜਿਵੇਂ ਤੁਸੀਂ ਦੇਖ ਪਾ ਰਹੇ ਹੋ, ਬਹੁਤ ਹੀ ਕਲਰਫੁਲ ਆਈਟਨਰੀ ਤੁਹਾਡੇ ਸਾਹਮਣੇ ਹੈ, ਜਿਸ ਨੂੰ ਅਸੀਂ ਇੱਕ ਨਾਮ ਦੇ ਦਿੱਤਾ ਹੈ ਕਲਰਫੁਲ ਰਾਜਸਥਾਨ ਦੀ ਆਈਟਨਰੀ ਹੈ। ਜਿਵੇਂ ਕਿ ਤੁਸੀਂ ਪਿਕਚਰਸ ਦੇ ਵਿੱਚ ਦੇਖ ਪਾ ਰਹੇ ਹੋ, ਇੱਕ ਬਲੂ ਸਿਟੀ, ਜਿਸ ਨੂੰ ਅਸੀਂ ਉਦੈਪੁਰ ਨੂੰ ਬਲੂ ਸਿਟੀ ਵੀ ਕਹਿੰਦੇ ਹਾਂ, ਅਤੇ ਕੁਛ ਪੁਰਾਣੇ ਹੈਰੀਟੇਜ ਪਲੇਸਿਸ ਇਹਦੇ 'ਚ ਤੁਸੀਂ ਦੇਖ ਪਾ ਰਹੇ ਹੋ। ਇੱਕ ਕੈਮਲ ਸਫਾਰੀ ਦਾ ਚਿੱਤਰ ਤੁਸੀਂ ਦੇਖ ਪਾ ਰਹੇ ਹੋ। ਆਓ ਦੇਖਦੇ ਹਾਂ ਫਿਰ ਦਾ ਇੱਕ ਆਈਟਨਰੀ ਤਿਆਰ ਕੀਤੀ ਜਾਂਦੀ ਹੈ। ਜਿਵੇਂ ਕਿ ਇੱਕ ਜਿਹੜੀ ਅਸੀਂ ਰਾਜਸਥਾਨ ਦੀ ਆਈਟਨਰੀ ਡਿਸਕਸ ਕਰਨ ਜਾ ਰਹੇ ਹਾਂ,
ਉਹ ਹੈ ਕਿ 7 ਨਾਈਟਸ 8 ਡੇਜ਼ ਦੀ ਆਈਟਨਰੀ, ਜਿਸ ਦੇ ਵਿੱਚ ਤੁਸੀਂ ਦੇਖ ਪਾ ਰਹੇ ਹੋ ਪਿੰਕ ਸਿਟੀ ਸਭ ਤੋਂ ਪਹਿਲਾਂ ਆਫਕੋਰਸ ਰਾਜਸਥਾਨ ਦੀ ਰਾਜਧਾਨੀ ਹੈ, ਜਿਸ ਨੂੰ ਅਸੀਂ ਜੈਪੁਰ ਕਹਿੰਦੇ ਹਾਂ। ਤਾਂ ਜੈਪੁਰ ਦੇ ਵਿੱਚ ਤੁਸੀਂ ਦੇਖ ਪਾ ਰਹੇ ਹੋ ਇੱਦਾਂ ਲਿਖੀ ਜਾਂਦੀ ਹੈ ਆਈਟਨਰੀ ਕਿ ਉਹਨਾਂ ਨੂੰ ਰੇਲਵੇ ਸਟੇਸ਼ਨ ਤੋਂ ਪਿਕ ਕੀਤਾ ਜਾਏਗਾ, ਫਿਰ ਉਹਨਾਂ ਨੂੰ ਜੈਪੁਰ ਦੀ ਸਾਈਟ ਸੀਇੰਗ ਦੇ ਲਈ ਲੈ ਕੇ ਜਾਇਆ ਜਾਏਗਾ। ਪਹਿਲਾਂ ਉਹਨਾਂ ਨੂੰ ਹੋਟਲ ਲਿਜਾਇਆ ਜਾਏਗਾ, ਫਿਰ ਉਹਨਾਂ ਨੂੰ ਜਦੋਂ ਥੋੜ੍ਹਾ ਜਿਹਾ ਫਰੈਸ਼ ਹੋ ਜਾਣਗੇ ਰੈਸਟ ਕਰਕੇ, ਫਿਰ ਉਹਨਾਂ ਨੂੰ ਜੈਗੜ ਫੋਰਟ, ਨਾਹਰਗੜ੍ਹ ਫੋਰਟ, ਜਲ ਮਹਿਲ, ਬਿਰਲਾ ਮੰਦਿਰ, ਇਹ ਉਹ ਸਾਈਟ ਸੀਇੰਗ ਜਗ੍ਹਾਵਾਂ ਦੇ ਨਾਮ ਨੇ ਜਿੱਥੇ ਜੈਪੁਰ ਦੇ ਵਿੱਚ ਸੈਲਾਨੀਆਂ ਨੂੰ ਘੁਮਾਈ ਜਾਏਗੀ। ਫਿਰ ਉਸ ਤੋਂ ਬਾਅਦ ਓਵਰਨਾਈਟ ਸਟੇ ਐਟ ਦਾ ਹੋਟਲ, ਉਹਨਾਂ ਦਾ ਰਾਤ ਨੂੰ ਹੋਟਲ ਦੇ ਵਿੱਚ ਹੀ ਠਹਿਰਨਾ ਹੋਏਗਾ। ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਜੈਪੁਰ ਦੇ ਕੁਛ ਵਧੀਆ ਮਤਲਬ ਇੱਕ ਵਧੀਆ ਦਿਖਣ ਵਾਲੇ ਸਥਾਨ, ਜਿਵੇਂ ਕਿ ਹਵਾ ਮਹਿਲ, ਠੀਕ ਹੈ, ਜਲ ਮਹਿਲ, ਅੰਬਰ ਕਿਲਾ, ਇਸ ਨੂੰ ਅਸੀਂ ਪਿੰਕ ਸਿਟੀ ਵੀ ਕਹਿੰਦੇ ਹਾਂ ਜੈਪੁਰ ਨੂੰ। ਤੋ ਆਹ ਤੁਸੀਂ ਪਿਕਚਰਸ ਦੇਖ ਪਾ ਰਹੇ ਹੋ, ਜਿਵੇਂ ਕਿ ਆਹ ਵਾਲੀ ਪਿਕਚਰ ਜਿਹੜੀ ਹੈ ਉਹ ਹਵਾ ਮਹਿਲ ਦੀ ਹੈ, ਇਹ ਜਲ ਮਹਿਲ ਦੀ ਹੈ, ਇਹ ਅੰਬਰ ਕਿਲੇ ਦੀ ਹੈ। ਅਤੇ ਇਹ ਜਿਹੀਆਂ ਥਾਵਾਂ ਨੂੰ ਘੁੰਮ ਕੇ ਸੈਲਾਨੀ ਬਹੁਤ ਖੁਸ਼ ਹੋ ਜਾਂਦਾ ਹੈ। ਕਿੰਨੇ ਹੀ ਹਜ਼ਾਰਾਂ ਲੱਖਾਂ ਟੂਰਿਸਟ ਉੱਥੇ ਹਰੇਕ ਸਾਲ ਸਾਡੇ ਦੇਸ਼ ਦੇ ਵਿੱਚ ਆਉਂਦੇ ਨੇ, ਜਸਟ ਆਪਣੀ ਵਿਰਾਸਤ ਕਰਕੇ ਉੱਥੇ ਆਉਂਦੇ ਹਨ, ਆਪਣੇ ਦੇਸ਼ ਦੀ ਜਿਹੜੀ ਵਿਰਾਸਤ ਹੈ। ਹੁਣ ਦੂਜੇ ਦਿਨ ਸੈਲਾਨੀ ਨੂੰ ਕਿੱਥੇ ਲੈ ਕੇ ਜਾਇਆ ਜਾਏਗਾ? ਸਭ ਤੋਂ ਪਹਿਲਾਂ ਉਹ ਜੋਧਪੁਰ ਲਈ ਨਿਕਲੇਗਾ, ਜੈਪੁਰ ਤੋਂ ਜੋਧਪੁਰ ਦੇ ਲਈ। ਉਸ ਤੋਂ ਬਾਅਦ ਉੱਥੇ ਕਿੱਥੇ ਘੁਮਾਉਣ ਲਈ ਉਹਨਾਂ ਨੂੰ ਲੈ ਕੇ ਜਾਇਆ ਜਾਏਗਾ? ਮਹਿਰਾਨਗੜ੍ਹ ਫੋਰਟ ਹੈ, ਬਾਲਸਮੰਦ ਇੱਕ ਝੀਲ ਹੈ, ਠੀਕ ਹੈ, ਸਚਾਈਆ ਮਾਤਾ ਟੈਂਪਲ ਹੈ, ਉਮੇਦ ਭਵਨ ਇੱਕ ਪੈਲੇਸ, ਉੱਥੇ ਮਿਊਜ਼ੀਅਮ ਹੈ, ਐਂਡ ਦਾ ਲੋਕਲ ਮਾਰਕੀਟ, ਉੱਥੇ ਦੀ ਲੋਕਲ ਮਾਰਕੀਟ ਦੇ ਵਿੱਚ ਵੀ ਜੋ ਉੱਥੇ ਦੀਆਂ ਲੋਕਲ ਮਸ਼ਹੂਰ ਚੀਜ਼ਾਂ ਨੇ ਉਹ ਲੋਕਲ ਜੋਧਪੁਰ ਦੀ ਉੱਥੇ ਦੇਖ ਸਕਦਾ। ਉਸ ਤੋਂ ਬਾਅਦ ਰੈਸਟ ਜਿਹੜਾ ਰਾਤ ਨੂੰ ਹੋਟਲ ਦੇ ਵਿੱਚ ਹੈ। ਤੀਜਾ ਦਿਨ ਕਿੱਥੇ ਹੈ? ਜੋਧਪੁਰ ਸਾਈਟ ਸੀਇੰਗ, ਅਤੇ ਉਸ ਤੋਂ ਬਾਅਦ ਜੈਸਲਮੇਰ ਦੇ ਲਈ ਨਿਕਲ ਜਾਏਗਾ। ਇਹ ਉਹ ਥਾਵਾਂ ਨੇ ਜਿਵੇਂ ਕਿ ਜੈਪੁਰ, ਜੋਧਪੁਰ, ਜੈਸਲਮੇਰ, ਜੋ ਕਿ ਸਾਨੂੰ ਰਾਜਸਥਾਨ ਦੇ ਪੂਰੇ ਕਲਚਰ ਬਾਰੇ ਦੱਸਦੀਆਂ ਨੇ। ਕੋਈ ਵੀ ਰਾਜਸਥਾਨ ਆਏਗਾ ਸੈਲਾਨੀ ਤਾਂ ਇੱਥੇ ਤਾਂ ਜ਼ਰੂਰ ਘੁੰਮ ਕੇ ਜਾਏਗਾ। ਜਿਹੜੀਆਂ ਥਾਵਾਂ ਸਾਨੂੰ ਸੱਭਿਆਚਾਰ ਬਾਰੇ, ਰਾਜਸਥਾਨੀ ਸੱਭਿਆਚਾਰ ਬਾਰੇ ਬਹੁਤ ਕੁਝ ਦੱਸਦੀਆਂ ਨੇ, ਬਹੁਤ ਕੁਝ ਦੇਖਣ ਦਾ ਇੱਕ ਮੌਕਾ ਪ੍ਰਦਾਨ ਕਰਦੀਆਂ ਨੇ। ਸਭ ਤੋਂ ਪਹਿਲਾਂ ਬ੍ਰੇਕਫਾਸਟ ਕਰਕੇ ਤੀਜੇ ਦਿਨ, ਫਿਰ ਜੋਧਪੁਰ ਦੀ ਸਾਈਟ ਸੀਇੰਗ ਕਰਕੇ, ਫਿਰ ਜੈਸਲਮੇਰ ਦੇ ਲਈ ਅਸੀਂ ਨਿਕਲੇਗਾ ਸੈਲਾਨੀ, ਜੈਸਲਮੇਰ ਫੋਰਟ ਦੇਖੇਗਾ ਉੱਥੇ, ਫਿਰ ਲੋਕਲ ਮਾਰਕੀਟ ਸੈਲਾਨੀ ਨੂੰ ਘੁਮਾਈ ਜਾਏਗੀ। ਫਿਰ ਉਸ ਤੋਂ ਬਾਅਦ ਉਹ ਰਾਤ ਨੂੰ ਸਟੇ ਕਰ ਲਏਗਾ। ਆਹ ਤੁਸੀਂ ਦੇਖ ਪਾ ਰਹੇ ਹੋ ਜੋਧਪੁਰ ਦਾ ਜਿਵੇਂ ਕਿ ਮਹਿਰਾਨਗੜ੍ਹ ਕਿਲਾ, ਠੀਕ ਹੈ, ਜੈਸਲਮੇਰ ਦਾ ਕਿਲਾ। ਉਸ ਤੋਂ ਬਾਅਦ ਉਮੇਦ ਭਵਨ ਪੈਲੇਸ, ਇਹ ਹੈ ਦੇਖ ਲਓ ਕਿੰਨਾ ਸੋਹਣਾ, ਇੱਕ ਖੁੱਲ੍ਹੇ ਮਾਹੌਲ ਦੇ ਵਿੱਚ, ਇੱਕ ਖੁੱਲ੍ਹੇ ਇਲਾਕੇ ਦੇ ਵਿੱਚ ਬਣਿਆ ਹੋਇਆ ਹੈ। ਮਹਿਰਾਨਗੜ੍ਹ ਦਾ ਕਿਲਾ, ਇਹ ਜੈਸਲਮੇਰ ਦਾ ਕਿਲਾ। ਕਿਲਿਆਂ ਲਈ ਬਹੁਤ ਮਸ਼ਹੂਰ ਹੈ ਜੋਧਪੁਰ ਅਤੇ ਜੈਸਲਮੇਰ। ਉਸ ਤੋਂ ਬਾਅਦ ਚੌਥਾ ਦਿਨ ਕਿੱਥੇ ਹੈ? ਜੈਸਲਮੇਰ 'ਤੇ ਇੱਕ ਜਿਹੜਾ ਥਾਰ ਮਾਰੂਥਲ ਹੈ ਉਸਦੀ ਸਫਾਰੀ ਕਰਵਾਈ ਜਾਏਗੀ, ਕੈਮਲ ਸਫਾਰੀ। ਉੱਥੇ ਦਾ ਸੱਭਿਆਚਾਰਕ ਰੰਗਾਰੰਗ ਕਾਰਜਕ੍ਰਮ ਦਿਖਾਇਆ ਜਾਏਗਾ। ਉਵੇਂ ਪੰਜਵਾਂ ਦਿਨ ਜਿਹੜਾ ਹੋਏਗਾ ਉਹਨਾਂ ਨੂੰ ਮਾਊਂਟ ਆਬੂ 'ਤੇ ਲੈ ਕੇ ਜਾਇਆ ਜਾਏਗਾ। ਉਸ ਤੋਂ ਉੱਥੇ ਨੱਕੀ ਝੀਲ ਦਿਖਾਈ ਜਾਏਗੀ, ਦਿਲਵਾਰਾ ਜੈਨ ਮੰਦਿਰ ਦਿਖਾਏ ਜਾਣਗੇ ਸੈਲਾਨੀ ਨੂੰ। ਉਸ ਤੋਂ ਬਾਅਦ ਜਿੱਥੇ ਸੂਰਜ ਛਿਪਣ ਦਾ ਇੱਕ ਨਜ਼ਾਰਾ ਹੈ, ਇੱਕ ਇੱਦਾਂ ਦਾ ਪੁਆਇੰਟ ਹੈ ਮਾਊਂਟ ਆਬੂ ਦੇ ਵਿੱਚ। ਅਤੇ ਮਾਊਂਟ ਆਬੂ ਦੀ ਖਾਸ ਗੱਲ ਇਹ ਹੈ ਕਿ ਮਾਊਂਟ ਆਬੂ ਨੂੰ ਇੱਕ ਹਿਲ ਸਟੇਸ਼ਨ ਕਿਹਾ ਜਾਂਦਾ ਹੈ ਰਾਜਸਥਾਨ ਦਾ, ਕਿਉਂਕਿ ਉਹ ਇੱਕ ਬਹੁਤ ਹੀ ਵਧੀਆ ਇੱਕ ਹਿਲ ਸਟੇਸ਼ਨ ਹੈ ਜਿਸ 'ਤੇ ਸਨਸੈਟ ਪੁਆਇੰਟ ਦੇਖਣ ਦਾ ਇੱਕ ਆਪਣਾ ਹੀ ਨਜ਼ਾਰਾ ਹੈ ਸੈਲਾਨੀਆਂ ਦੇ। ਉਸ ਤੋਂ ਬਾਅਦ ਰਾਤ ਦੀ ਸਟੇ ਆਫਕੋਰਸ ਹੋਟਲ ਦੇ ਵਿੱਚ ਹੀ ਹੋਏਗੀ। 6ਵਾਂ ਦਿਨ ਹੈ ਮਾਊਂਟ ਆਬੂ ਦੀ ਸਾਈਟ ਸੀਇੰਗ ਕਰਕੇ, ਉਸ ਤੋਂ ਬਾਅਦ ਉਹ ਉਦੈਪੁਰ ਦੇ ਲਈ, ਜਿਸਨੂੰ ਅਸੀਂ ਜਿੱਥੇ ਉਹ ਬਲੂ ਸਿਟੀ ਵੀ ਕਹਿੰਦੇ ਹਾਂ, ਸਿਟੀ ਆਫ ਲੇਕਸ ਵੀ ਕਹਿੰਦੇ ਹਾਂ ਉਦੈਪੁਰ ਨੂੰ, ਝੀਲਾਂ ਦਾ ਸ਼ਹਿਰ ਵੀ ਕਹਿੰਦੇ ਹਾਂ, ਕਿਉਂਕਿ ਇੱਥੇ ਬਹੁਤ ਸਾਰੀਆਂ ਝੀਲਾਂ ਨੇ। ਜਿਵੇਂ ਕਿ ਉੱਥੇ ਪਿਚੋਲਾ ਝੀਲ ਹੈ, ਉਹਨਾਂ ਨੂੰ ਸਿਟੀ ਪੈਲੇਸ, ਸਿਟੀ ਮਹਿਲ ਦਿਖਾਇਆ ਜਾਏਗਾ। ਫਿਰ ਉੱਥੇ ਦੀ ਉਦੈਪੁਰ ਦੀ ਲੋਕਲ ਮਾਰਕੀਟ ਦੇ ਵਿੱਚ ਸੈਲਾਨੀਆਂ ਨੂੰ ਵਧੀਆ ਸਾਈਟ ਸੀਇੰਗ 'ਤੇ ਲੈ ਕੇ ਜਾਇਆ ਜਾਏਗਾ। ਉਸ ਤੋਂ ਬਾਅਦ ਜਿਹੜਾ ਰਾਤ ਨੂੰ ਉਹਨਾਂ ਦਾ ਸਟੇ ਹੋਟਲ ਦੇ ਵਿੱਚ ਹੋ ਜਾਏਗਾ। ਜਿਵੇਂ ਜੈਸਲਮੇਰ ਦੀ ਤੁਸੀਂ ਦੇਖ ਪਾ ਰਹੇ ਹੋ, ਉੱਥੇ ਉਹਨਾਂ ਦੇ ਟੈਂਟ ਦੇ ਵਿੱਚ ਰਹਿਣ ਦਾ ਇੰਤਜ਼ਾਮ ਹੈ, ਉਹਨਾਂ ਦਾ ਰੰਗਾ ਰੰਗ ਕਾਰਜਕ੍ਰਮ, ਫੋਕ ਡਾਂਸ, ਉੱਥੇ ਜਿਹੜਾ ਲੋਕ ਨਾਚ ਹੈ ਉਹ ਦਿਖਾਇਆ ਜਾਏਗਾ। ਡੈਜ਼ਰਟ ਸਫਾਰੀ ਕਰਵਾਈ ਜਾਏਗੀ, ਕੈਮਲ ਸਫਾਰੀ ਥਾਰ ਮਾਰੂਥਲ ਦੀ। ਇਹ ਜੈਸਲਮੇਰ ਬਾਰੇ ਦੱਸ ਰਿਹਾ, ਕਿੰਨੀ ਵਧੀਆ ਸੋਹਣੀਆਂ ਪਿਕਚਰਸ ਨੇ। ਇੱਕ ਵਧੀਆ ਇਹਨਾਂ ਪਿਕਚਰਸ ਨੂੰ ਦੇਖ ਕੇ ਕਿੰਨਾ ਵਧੀਆ ਲੱਗ ਰਿਹਾ, ਤਾਂ ਸੋਚੋ ਆਈਟਨਰੀ ਕਿੰਨੀ ਵਧੀਆ ਬਣਦੀ ਹੋਏਗੀ ਜਦ ਅਸੀਂ ਬਣਾਵਾਂਗੇ। ਜਿਵੇਂ ਕਿ ਲੇਕ ਪਿਚੋਲਾ, ਸਨਸੈਟ ਪੁਆਇੰਟ ਤੁਸੀਂ ਦੇਖ ਪਾ ਰਹੇ ਹੋ ਸੈਂਟਰ ਦੇ ਵਿੱਚ, ਮਾਊਂਟ ਆਬੂ ਹੈ। ਉਸ ਤੋਂ ਬਾਅਦ ਦਿਲਵਾਰਾ ਦੇ ਜੈਨ ਮੰਦਿਰ ਹੈ, ਅਤੇ ਆਬੂ ਬਾਰੇ ਦੱਸ ਰਿਹਾ। ਉੱਦਾਂ ਹੀ ਉਦੈਪੁਰ ਦਾ ਸਿਟੀ ਪੈਲੇਸ, ਸਿਟੀ ਮਹਿਲ ਜਿਸ ਨੂੰ ਕਹਿੰਦੇ हैं, ਅਤੇ ਲੇਕ ਪਿਚੋਲਾ। ਉਸ 7ਵੇਂ ਦਿਨ ਉਹ ਫਿਰ ਉਦੈਪੁਰ ਦੀ ਸਾਈਟ ਸੀਇੰਗ ਕਰਕੇ, ਫਿਰ ਉਸ ਤੋਂ ਬਾਅਦ ਮੋਤੀ ਮਾਗਰੀ, ਭਾਰਤੀ ਲੋਕ ਕਲਾ ਮੰਡਲ ਦੇ ਕੁਝ ਸਾਈਟ ਸੀਇੰਗ ਪਲੇਸਿਸ ਨੇ, ਫਤਿਹ ਸਾਗਰ ਲੇਕ ਐਂਡ ਦਾ ਜਗਦੀਸ਼ ਟੈਂਪਲ। ਉਦੈਪੁਰ ਦੀ ਸਾਈਟ ਸੀਇੰਗ ਪਲੇਸਿਸ 7ਵੇਂ ਦਿਨ ਉਹਨਾਂ ਨੂੰ ਘੁਮਾਈਆਂ ਜਾਣਗੀਆਂ। 8ਵੇਂ ਦਿਨ ਉਹਨਾਂ ਦਾ ਟੂਰ ਖਤਮ ਹੋਣਾ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ 7 ਡੇਜ਼ 8 ਨਾਈਟਸ ਦਾ ਟੂਰ ਸੀ ਇਹ। ਇਸ ਦੇ ਵਿੱਚ ਉਦੈਪੁਰ ਰੇਲਵੇ ਸਟੇਸ਼ਨ ਤੋਂ ਉਹਨਾਂ ਨੂੰ ਜੈਪੁਰ ਲੈ ਕੇ ਜਾਇਆ ਜਾਏਗਾ, ਅਤੇ ਉਹ ਜੈਪੁਰ ਤੋਂ ਆਪਣੀ ਫਲਾਈਟ ਜਾਂ ਜਿੱਥੇ ਵੀ ਰੇਲਵੇ ਸਟੇਸ਼ਨ 'ਤੇ ਉਹਨਾਂ ਨੂੰ ਡਰੋਪ ਕਰਕੇ ਉਹਨਾਂ ਦਾ ਟੂਰ ਇੱਥੇ ਹੀ ਖਤਮ ਹੋ ਜਾਏਗਾ।
ਤੇ ਜਿਹੜਾ ਇਹ ਟੌਪਿਕ ਸੀ ਆਈ ਹੋਪ ਤੁਹਾਨੂੰ ਚੰਗੀ ਤਰ੍ਹਾਂ ਸਮਝ ਆਇਆ ਹੋਵੇਗਾ। ਇੱਕ ਬਹੁਤ ਹੀ ਵਧੀਆ ਆਈਟਨਰੀ ਵੀ ਤੁਹਾਨੂੰ ਸਮਝਾਈ ਗਈ, ਆਈਟਨਰੀ ਕੀ ਹੁੰਦੀ ਉਹ ਵੀ ਸਮਝਾਇਆ ਗਿਆ, ਆਈਟਨਰੀ ਦਾ ਮਹੱਤਵ, ਆਈਟਨਰੀ ਦੀਆਂ ਵੱਖ-ਵੱਖ ਕਿਸਮਾਂ, ਆਈਟਨਰੀ ਬਣਾਉਣ ਦੇ ਲਈ ਸਾਡੇ ਕੋਲ ਕਿਹੜੀਆਂ ਜਾਣਕਾਰੀਆਂ ਹੋਣੀਆਂ ਚਾਹੀਦੀਆਂ, ਕਿਹੜੀਆਂ ਚੀਜ਼ਾਂ ਦੀ ਅਸੀਂ ਮਦਦ ਲੈ ਕੇ ਇੱਕ ਵਧੀਆ ਆਈਟਨਰੀ ਤਿਆਰ ਕਰ ਸਕਦੇ ਹਾਂ। ਅਤੇ ਆਈ ਹੋਪ ਤੁਹਾਨੂੰ ਇਹ ਟੌਪਿਕ ਅੱਜ ਦਾ ਵਧੀਆ ਲੱਗਿਆ ਹੋਵੇਗਾ, ਸਾਰੇ ਕਨਸੈਪਟ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਏ ਹੋਣਗੇ ਅਤੇ ਜਿਹੜਾ ਹੈ ਤੁਸੀਂ ਵਧੀਆ ਢੰਗ ਨਾਲ ਇੱਕ ਵਧੀਆ ਆਈਟਨਰੀ ਤਿਆਰ ਕਰਕੇ ਇਸ ਦਾ ਅਭਿਆਸ ਕਰਨਾ ਸ਼ੁਰੂ ਕਰੋਗੇ, ਜਿਸ ਨੂੰ ਕੋਈ ਵੀ ਤਿਆਰ ਕਰ ਸਕਦਾ। ਤੁਸੀਂ ਨੈੱਟ ਦੀ ਮਦਦ ਦੇ ਨਾਲ, ਕਿਤਾਬਾਂ ਦੀ ਮਦਦ ਦੇ ਨਾਲ, ਟੂਰ ਬਰੋਸ਼ਰਸ ਦੀ ਮਦਦ ਦੇ ਨਾਲ ਆਈਟਨਰੀ ਨੂੰ ਤਿਆਰ ਕਰ ਸਕਦੇ ਹਾਂ। ਸੋ ਥੈਂਕ ਯੂ ਸੋ ਮਚ ਸਟੂਡੈਂਟਸ, ਅੱਜ ਦੇ ਟੌਪਿਕ ਨੂੰ ਧਿਆਨ ਨਾਲ ਸੁਣਨ ਦੇ ਲਈ। ਥੈਂਕ ਯੂ ਸੋ ਮਚ।